ਤੁਸੀਂ ਦੇਖ ਰਹੇ ਹੋ ਸੱਚ ਬੋਲੋ ਟੀਵੀ ਨਿਊਜ਼। ਮੈਂ ਆਰ ਕੇ ਰੋਹਿਤ। ਗੱਲਬਾਤ ਕਰਦੇ ਹਾਂ ਬਾਬਾ ਜੀ ਦੇ ਨਾਲ। ਇਹਨਾਂ ਨੂੰ ਪੁੱਛਦੇ ਹਾਂ ਕਿ ਮੇਲਾ ਕਿੰਨੇ ਸਾਲ ਤੋਂ ਕਰਵਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਬਾਬਾ ਜੀ ਉਹਨਾਂ ਨੂੰ ਪੁੱਛਦੇ ਹਾਂ ਕਿ ਮੇਲਾ ਇਹ ਆਪਣ ਕਿੰਨੇ ਸਾਲ ਤੋਂ ਕਰਵਾ ਰਹੇ ਨੇ ਔਰ ਤੁਹਾਡੇ ਨਾਲ ਇਸੇ ਜਥੇਬੰਦੀ 'ਚ ਕੌਣ ਕੌਣ ਨੇ ਖੜਾ। ਇਹ ਮੇਲਾ ਜੀ ਤਕਰੀਬਨ 20 ਸਾਲ ਤੋਂ ਮਨਾਇਆ ਜਾ ਰਿਹਾ ਅੱਛਾ ਜੀ। ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ ਦੇ ਉੱਤੇ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਚੋਣੇ ਦੀਆਂ ਸੰਗਤਾਂ, ਪਿੰਡ ਚੋਣੇ ਦੀਆਂ ਸੰਗਤਾਂ ਵੱਲੋਂ ਬੜੇ ਹੀ ਉਤਸ਼ਾਹਪੂਰਵਕ ਦੇ ਨਾਲ ਮਨਾਇਆ ਜਾਂਦਾ ਤੇ ਬਹੁਤ ਸੋਹਣੇ ਸੁਚੱਜੇ ਢੰਗ ਦੇ ਨਾਲ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਸੰਗਤਾਂ ਜਿੰਨੀਆਂ ਵੀ ਨੇ, ਰੰਗਰੇਟੇ ਗੁਰੂ ਕੇ ਬੇਟੇ ਜਾਂ ਹੋਰ ਵੀ ਜਿਹੜੇ ਸਹਿਯੋਗ ਦਿੰਦੇ ਨੇ, ਜਿਹੜੇ ਗੁਰੂ ਸਾਹਿਬ ਨੂੰ ਪਿਆਰ ਕਰਦੇ ਨੇ, ਜਿਹੜੇ ਪਿਆਰ ਕਰਨ ਵਾਲੇ ਨੇ, ਉਹ ਸਾਰੇ ਹੀ ਇਹ ਸਮੁੱਚੀ ਕੌਮ ਜਿਹੜੀ ਮਿਲ ਕੇ ਆ ਇਹ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੁੰਦੇ ਨੇ ਤੇ ਬਹੁਤ ਵਧੀਆ ਲੱਗਦਾ ਕਿ ਇਹ ਸੰਗਤਾਂ ਦੇ ਵਿੱਚ ਕਾਫੀ ਪਹਿਲਾਂ ਨਾਲੋਂ 99% ਜਿਹੜੀ ਜਾਗਰੂਕਤਾ ਜਿਹੜੀ ਹੈ ਉਹ ਪਹੁੰਚੀ ਹੈ ਤੇ ਬੜੇ ਸੋਹਣੇ ਸੁਚੱਜੇ ਢੰਗ ਨਾਲ ਚੰਗੇ ਪ੍ਰਚਾਰਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਖੰਡ ਪਾਠ ਸਾਹਿਬ ਵੀ ਕਰਾਉਂਦੇ ਨੇ ਤੇ ਪ੍ਰਚਾਰਕ ਵੀ ਬੁਲਾਉਂਦੇ ਨੇ ਤੇ ਬਾਬਾ ਜੀ ਦੇ ਜੀਵਨ ਦੇ ਉੱਤੇ ਹੀ ਜਿਹੜੀਆਂ ਖਾਸ ਕਰਕੇ ਵਿਚਾਰਾਂ ਹੁੰਦੀਆਂ ਨੇ। ਬਾਬਾ ਜੀ ਉਹਨਾਂ ਨੇ ਬਹੁਤ ਅੱਛੇ ਵਿਚਾਰ ਦੱਸੇ ਤੁਹਾਨੂੰ ਔਰ ਗੱਲ ਕਰਦੇ ਆ ਸਾਡੇ ਪਿੰਡ ਦੇ ਸਰਪੰਚ ਸਾਹਿਬ ਨਾਲ। ਉਹਨਾਂ ਕੋਈ ਉਹਨਾਂ ਦੇ ਵਿਚਾਰ ਪੁੱਛਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਕਰਦੇ ਆ ਪਿੰਡ ਦੇ ਲੜਕਿਆਂ ਦੀ, ਜਿਹੜੇ ਜਵਾਨ ਆਪਣਾ ਲੜਕੇ ਨੇ, ਉਹਨਾਂ ਬਾਰੇ ਵੀ ਥੋੜਾ ਇਹਨਾਂ ਕੋ ਪੁੱਛਦੇ ਆ ਕਿ ਤੁਹਾਡੇ ਨਾਲ ਕਿੰਨੇ ਲੜਕੇ ਨੇ ਜਿਹੜੇ ਉਹ ਤੁਹਾਡੇ ਇਸ ਜਥੇਬੰਦੀ ਤੁਹਾਡੇ ਨਾਲ ਨੇ। ਸਾਰਿਆਂ ਦੇ ਸੰਯੋਗ ਨਾਲ ਹੀ ਮਿਲਾਇਆ ਜਾਂਦਾ। ਹਰ ਇੱਕ ਬੰਦੇ ਦਾ ਸੰਯੋਗ, ਹਰ ਘਰ ਦਾ ਹੀ ਸੰਯੋਗ ਹੈ ਵਿੱਚ, ਹਰ ਨਗਰ ਦਾ ਵਿੱਚ ਸੰਯੋਗ ਆ। ਸਾਰੇ ਨਗਰ ਦਾ ਕਹਿੰਦੇ ਸੰਯੋਗ ਆ, ਸਾਰੇ ਪਿੰਡ ਦਾ ਨਾਲ ਸੰਯੋਗ ਆ। ਜੀ ਪੁੱਛਣ ਲੱਗੇ ਸਵਾਮੀ ਜੀ, ਕਹਿਣ ਲੱਗੇ ਪੁੱਤਰ ਜੀ ਮਾਤਾ ਨਾਨਕੀ ਜੀ ਪੁੱਛਣ ਲੱਗੇ, ਕਹਿਣ ਲੱਗੇ ਨਾਮ ਬੜਾ ਅਜੀਬ ਰੱਖਿਆ। ਕਹਿਣ ਲੱਗੇ ਮਾਤਾ ਜੀ ਨੂੰ, ਕਹਿਣ ਲੱਗੇ ਮਾਤਾ ਨਾਨਕੀ ਜੀ ਨੂੰ, ਕਹਿਣ ਲੱਗੇ ਇਹ ਨਾਮ ਅਜੀਬ ਨਹੀਂ ਹੈ, ਇਹ ਰੌਸ਼ਨ ਨਾਮ ਹੈ, ਰੌਸ਼ਨ ਸੰਸਾਰ ਦੇ ਉੱਤੇ ਰੌਸ਼ਨੀ ਪੈਦਾ ਕਰਨ ਵਾਲਾ ਨਾਮ ਹੈ। ਕਹਿਣ ਲੱਗੇ ਕਾਰਨ ਕੀ ਹੈ? ਕਹਿਣ ਲੱਗੇ ਜੇਤਾ ਇਹਨਾਂ ਦਾ ਨਾਮ ਇਸ ਕਰਕੇ ਰੱਖਿਆ ਕਿ ਸੰਸਾਰ ਦੇ ਵਿੱਚ ਜ਼ਬਰ ਤੇ ਜ਼ੁਲਮ ਦੇ ਨਾਲ ਟੱਕਰ ਲਾਉਣ ਵਾਲਾ, ਖੂੰਖਾਰ ਜਰਨੈਲਾਂ ਦੇ ਨਾਲ ਜੰਗਾਂ ਕਰਨ ਵਾਲਾ, ਇਹ ਆਪਣੇ ਨਾਮ ਨੂੰ ਰੌਸ਼ਨ ਕਰ ਦੇਗਾ, ਜਿੱਤਾਂ ਪ੍ਰਾਪਤ ਕਰੇਗਾ। ਇਸ ਕਰਕੇ ਨਾਮ ਇਹਨਾਂ ਦਾ ਜੇਤਾ ਰੱਖਿਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦਾ ਨਾਮ ਜੈਤਾ ਰੱਖਿਆ ਸੀ। ਆਉਣ ਵਾਲੇ ਸਮੇਂ ਦੇ ਵੇਖ ਕੇ ਪਾਤਸ਼ਾਹ ਜੀ ਨੇ ਨਾਮ ਰੱਖਿਆ। ਸਮਾਂ ਬਤੀਤ ਹੁੰਦਾ ਗਿਆ। ਸਤਿਕਾਰਯੋਗ ਮਾਤਾ ਨਾਨਕੀ ਜੀ ਗੋਦ ਵਿੱਚ ਪਲੇ, ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਬਚਪਨ ਬਤੀਤ ਹੁੰਦਾ ਹੈ। ਮਾਮਾ ਕਿਰਪਾਲ ਚੰਦ ਜੀ ਨਿੱਕੇ ਜਿਹੇ ਬੱਚੇ ਨੂੰ ਭਾਈ ਜੈਤਾ ਜੀ ਨੂੰ ਆਪਣੀ ਉਂਗਲ ਦੇ ਨਾਲ ਲਾ ਕੇ ਪਟਨੇ ਦੀਆਂ ਧਰਤੀ ਦੇ ਉੱਤੇ, ਪਟਨੇ ਦੇ ਬਾਜ਼ਾਰਾਂ ਦੇ ਵਿੱਚ ਲੈ ਕੇ ਜਾਂਦੇ ਨੇ। ਲੋਕ ਵੇਖਦੇ ਨੇ ਕਿ ਗੁਰੂ ਪਰਿਵਾਰ ਦਾ ਪੁੱਤਰ ਹੈ। ਜਦੋਂ ਵੇਖਿਆ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੇ ਹੱਥਾਂ ਦਾ ਖਾਣਾ, ਮਾਤਾ ਜੀ ਆਪ ਉਹਨੂੰ ਦੇਸੀ ਘਿਓ ਦੀਆਂ ਚੂੜੀਆਂ ਆਪਣੇ ਹੱਥਾਂ ਨਾਲ ਪਾਉਂਦੇ ਨੇ। ਮਾਤਾ ਪ੍ਰੇਮ ਕੌਰ ਜੀ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਮੇਰਾ ਪੁੱਤਰ ਹੈ, ਮੈਂ ਸੇਵਾ ਕਰਨੀ ਹੈ ਨਹੀਂ ਕਰਨੀ। ਇੰਨਾ ਚਾਅ ਸੀਗਾ, ਇੰਨਾ ਖੁਸ਼ੀ ਸੀਗੀ ਉਸ ਪਰਿਵਾਰ ਦੇ ਵਿੱਚ। ਚੈਨ ਮੈਨ ਹੋਣ ਲੱਗ ਗਈ, ਖੁਸ਼ੀਆਂ ਖੇੜੇ ਕਿਤੇ ਸ਼ਨਾਈਆਂ ਵੱਜਣ ਲੱਗੀਆਂ। ਗੁਰੂ ਪਰਿਵਾਰ ਦੇ ਵਿੱਚ ਬੜਾ ਉਤਸ਼ਾਹ, ਬੜਾ ਪਿਆਰ ਜਾਗਿਆ। ਸਿੱਖ ਸੰਗਤਾਂ ਨੇ ਬੜਾ ਪਿਆਰ ਦਿੱਤਾ ਹੈ। ਅਖੀਰ 5 ਸਾਲ ਦੀ ਅਵਸਥਾ ਹੁੰਦੀ ਹੈ ਤੇ ਗੁਰੂ ਸਾਹਿਬ ਜੀ ਦੇ ਕੋਲ ਵੱਡੇ ਵੱਡੇ ਵਿਦਵਾਨ ਪਹੁੰਚਦੇ ਨੇ। ਉਹਨਾਂ ਦਿਨਾਂ ਦੇ ਵਿੱਚ ਇਤਿਹਾਸਕਾਰ ਜ਼ਿਕਰ ਕਰਦੇ ਨੇ ਕਿ ਬਾਬਾ ਜੀ ਨੂੰ 3-4 ਭਾਸ਼ਾਵਾਂ ਦਾ ਗਿਆਨ ਹੋ ਗਿਆ। ਜਦੋਂ 3-4 ਭਾਸ਼ਾਵਾਂ ਦਾ ਗਿਆਨ ਹੋ ਗਿਆ, ਮਾਮਾ ਕਿਰਪਾਲ ਚੰਦ ਜੀ ਉਹਨਾਂ ਨੂੰ ਸ਼ਾਸਤਰ ਵਿਦਿਆ ਸਿਖਾਉਣੀ ਆਰੰਭ ਕਰ ਦਿੱਤੀ। ਬੜੇ ਬੜੇ ਉਹ ਸ਼ਾਸਤਰ ਜਿਹੜੇ ਨੇ, ਜਿਹੜੇ ਅੱਜ ਤੱਕ ਕਿਸੇ ਨੇ ਨਹੀਂ ਚਲਾਏ, ਉਹ ਸ਼ਾਸਤਰਾਂ ਦਾ ਜ਼ਿਕਰ ਬੜਾ ਹੁੰਦਾ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਇੱਕ ਲਵਾ ਦੀ ਗੱਲ ਪੜ੍ਹਦੇ ਹਾਂ ਕਿ ਬੜਾ ਬਹਾਦਰ ਸੀਗਾ, ਬੜਾ ਸੂਰਬੀਰ ਯੋਧਾ ਸੀਗਾ, ਜਿਹਦਾ ਅੰਗੂਠਾ ਜਿਹੜਾ ਸੀਗਾ ਉਹ ਕੱਟਿਆ ਗਿਆ, ਧੋਖੇ ਨਾਲ ਕੱਟਿਆ ਗਿਆ। ਇਹ ਨਹੀਂ ਕਿ ਜਾਣਬੁੱਝ ਕੇ ਧੋਖੇ ਦੇ ਨਾਲ ਕੱਟਿਆ ਗਿਆ। ਦੀਕਸ਼ਾ ਦੇ ਵਿੱਚ ਦੁਰਸ਼ਿਸ਼ਟਰ ਨੇ ਉਹਦੇ ਕੋਲੋਂ ਅੰਗੂਠੇ ਦੀ ਮੰਗ ਕਰ ਲਈ ਕਿ ਇੰਨਾ ਬਹਾਦਰ, ਇੰਨਾ ਸੂਰਬੀਰ ਯੋਧਾ। ਤੇ ਜਦੋਂ ਕਿਤੇ ਗੱਲ ਆਉਂਦੀ ਹੈ ਤੇ ਅਰਜਨ ਦੀ ਆਉਂਦੀ ਹੈ ਕਿ ਅਰਜਨ ਬੜਾ ਬਹਾਦਰ ਸੀਗਾ, ਜਿਹੜਾ ਇਹੋ ਜਿਹਾ ਨਿਸ਼ਾਨਾ ਪਾਣੀ ਦੇ ਵਿੱਚ, ਮੱਛੀ ਦੀ ਅੱਖ ਦੇ ਵਿੱਚ ਨਿਸ਼ਾਨਾ ਛੇਦ ਸਕਦਾ, ਇਹੋ ਜਿਹਾ ਬਹਾਦਰ ਸੂਰਬੀਰ ਹੈਗਾ ਕੋਈ? ਪਰ ਜਦੋਂ ਕਿਤੇ ਹੋਰ ਜਰਨੈਲਾਂ ਦੀ ਗੱਲ ਆਉਂਦੀ ਏ, ਵੱਡੇ ਵੱਡੇ ਜਰਨੈਲਾਂ ਦੀ ਗੱਲ ਆਉਂਦੀ ਏ,
ਤੇ ਉਸ ਵਕਤ ਫਿਰ ਜਦੋਂ ਬਾਬਾ ਜੀਵਨ ਸਿੰਘ ਜੀ ਦੀ ਗੱਲ ਆਉਂਦੀ ਹੈ ਤੇ ਉਸ ਦੀ ਜਰਨੈਲੀ ਤੋਂ, ਉਸ ਦੀ ਸ਼ਾਸਤਰ ਵਿਦਿਆ ਤੋਂ ਸਾਰੇ ਜਿਹੜੇ ਨੇ ਮੁਨਕਰ ਹੋ ਜਾਂਦੇ ਨੇ, ਸਾਰੇ ਭਗੌੜੇ ਹੋ ਜਾਂਦੇ ਨੇ ਕਿ ਇਹੋ ਜਿਹਾ ਜਰਨੈਲ, ਇੰਨੀ ਵਧੀਆ ਸ਼ਾਸਤਰ ਵਿਦਿਆ, ਪਰ ਬਚਪਨ ਦੇ ਵਿੱਚ, ਖੈਰ ਉਹ ਗੱਲ ਅੱਗੇ ਜਾ ਕੇ ਕਰਾਂਗੇ, ਬਾਬਾ ਜੀ ਨੇ ਕਿਹੜੇ ਕਿਹੜੇ ਜਰਨੈਲਾਂ ਦੇ ਨਾਲ ਟੱਕਰ ਲਈ, ਬਚਪਨ ਦਾ ਜੀਵਨ ਬਤੀਤ ਹੁੰਦਾ ਗਿਆ। ਮਾਤਾ ਗੁਜਰ ਕੌਰ, ਮਾਤਾ ਨਾਨਕੀ ਜੀ ਨੇ ਆਪਣੇ ਹੱਥਾਂ ਨਾਲ ਪਾਲਿਆ, ਪੁਸ਼ਾਕਾਂ ਪਾਈਆਂ, ਗੁਰੂ ਨਾਨਕ ਦੇ ਘਰ ਦੇ ਵਿੱਚ ਪੜ੍ਹਿਆ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਦਾ ਨਿੱਘ ਮਾਣਿਆ। ਤੇ ਜਦੋਂ ਮਾਮਾ ਕਿਰਪਾਲ ਚੰਦ ਜੀ ਨੇ ਸ਼ਾਸਤਰ ਵਿਦਿਆ ਸਿਖਾਉਣੀ ਕੀਤੀ ਤੇ ਦਿਨਾਂ ਦੇ ਵਿੱਚ ਉਹ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ ਜਿਹੜੀ ਅੱਜ ਤੱਕ ਸਾਨੂੰ ਲੱਭਦੀ ਨਹੀਂ, ਜਿਹਦੇ ਵੱਲ ਅਸੀਂ ਜਾਂਦੇ ਘੋੜ ਸਵਾਰੀ, ਤੈਰਾਕੀ ਅਤੇ ਹੋਰ ਜਿੰਨੀਆਂ ਵੀ ਭਾਸ਼ਾਵਾਂ ਦਾ ਗਿਆਨ ਬਾਬਾ ਜੀ ਨੇ ਪ੍ਰਾਪਤ ਕੀਤਾ। ਕਮਾਲ ਦੀ ਗੱਲ ਆ, ਜਿਹੜੇ ਉਸਤਾਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬ੍ਰਜ ਭਾਸ਼ਾ ਨੂੰ ਲਾਏ ਜਾਂਦੇ ਨੇ, ਉਹ ਉਸਤਾਦ ਬਾਬਾ ਜੀਵਨ ਸਿੰਘ ਜੀ ਨੂੰ ਲਾਏ ਜਾਂਦੇ। ਕਮਾਲ ਦੀ ਗੱਲ ਹੈ, ਜਦੋਂ ਸਮਾਂ ਬਤੀਤ ਹੁੰਦਾ ਗਿਆ, 5 ਸਾਲ ਦਾ ਸਮਾਂ ਬਤੀਤ ਹੋਇਆ, 1666 ਦਾ ਸਮਾਂ ਆ ਜਾਂਦਾ ਹੈ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਦੇ ਵਿੱਚ, ਉਸੇ ਪਾਵਨ ਧਰਤੀ ਦੇ ਉੱਤੇ, ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। 1661 ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਹੈ ਤੇ 1666 ਵਿੱਚ ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਹ ਬਚਪਨ ਜਿਹੜਾ ਸਮਾਂ ਸੀਗਾ ਉਹ ਤੇ ਬਤੀਤਿਆ, ਜਦੋਂ ਉਸੇ ਬਤੀਤ ਹੁੰਦਾ ਬਚਪਨ ਦਾ ਸਮਾਂ, ਤੇ ਜਦੋਂ ਪਾਤਸ਼ਾਹ ਜੀ ਹੁਕਮ ਲਾਗੂ ਕਰ ਦਿੰਦੇ ਨੇ, ਇੱਧਰ ਔਰੰਗਜ਼ੇਬ ਦਾ ਤਸ਼ੱਦਦ ਪੰਜਾਬ ਦੀ ਧਰਤੀ ਦੇ ਉੱਤੇ ਹੋਣਾ ਆਰੰਭ ਹੋ ਜਾਂਦਾ ਹੈ। ਬਾਬਾ ਜੀ ਨੇ ਗੱਲ ਕੀਤੀ ਸੀ, ਸਰਕਾਰ ਜੋ ਭਾਈ ਸਾਹਿਬ ਜੀ ਨੇ, ਕਿ ਉਹਨਾਂ ਨੇ ਬੜੀਆਂ ਬਹਾਦਰੀਆਂ ਕੀਤੀਆਂ ਨੇ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਆਪਾਂ ਥੋੜ੍ਹੀ ਜਿਹੀ, ਕਿਉਂਕਿ ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਸ ਸਮੇਂ ਨੂੰ ਵੇਖਿਆ ਕਿ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਤਸ਼ੱਦਦ ਹੋਣ ਲੱਗਾ, ਸਾਈਂ ਆਪਣੇ ਜਿਹੜਾ ਔਰੰਗਜ਼ੇਬ ਨੇ ਆਪਣੇ ਸਾਧੂ ਨੂੰ ਜਿਹੜਾ ਸੀਗਾ ਸ਼੍ਰੀਨਗਰ ਦੀ ਧਰਤੀ ਦੇ ਉੱਤੇ, ਕਸ਼ਮੀਰ ਦੀ ਧਰਤੀ ਦੇ ਉੱਤੇ ਗਵਰਨਰ ਆਪ ਦਿੱਤਾ ਹੈ। ਕਹਿਣ ਲੱਗੇ ਕਿ ਕਿੱਥੋਂ ਸ਼ੁਰੂ ਕੀਤਾ ਜਾਵੇ, ਜਿੰਨੇ ਹਿੰਦੁਸਤਾਨ ਦੇ ਲੋਕ ਨੇ ਸਾਰਿਆਂ ਨੂੰ ਇੱਕ ਧਰਮ ਦੇ ਵਿੱਚ ਤਬਦੀਲ ਕੀਤਾ ਜਾਵੇ। ਅਤਿਆਚਾਰ ਹੋ ਜਾਂਦਾ, ਪਲਾਨ ਬਣੀ, ਇਹ ਪਲਾਨ ਬਣੀ ਕਿ ਕਸ਼ਮੀਰ ਦੀ ਧਰਤੀ ਤੋਂ ਆਰੰਭ ਕੀਤਾ ਜਾਵੇ। ਕਾਰਨ ਕੀ ਬਣਿਆ ਕਿ ਕਸ਼ਮੀਰ ਦੇ ਲੋਕ, ਕਸ਼ਮੀਰ ਦੇ ਪੰਡਤ ਜਿਹੜੇ ਨੇ ਬਹੁਤ ਵਿਦਵਾਨ ਨੇ। ਜਦੋਂ ਇਹੋ ਜਿਹੇ ਵਿਦਵਾਨ ਜਿਹੜੇ ਨੇ, ਕਸ਼ਮੀਰ ਦੇ ਲੋਕ ਜਿਹੜੇ ਨੇ, ਪੰਡਤ ਲੋਕ ਜਿਹੜੇ ਨੇ, ਜਦੋਂ ਇਹ ਇਸਲਾਮ ਕਬੂਲ ਕਰ ਲੈਣਗੇ, ਦੀਨ ਕਬੂਲ ਕਰ ਲੈਣਗੇ, ਤੇ ਆਮ ਜਿਹੜੀ ਜਨਤਾ ਹੈ, ਆਮ ਜਿਹੜੇ ਲੋਕ ਨੇ, ਉਹ ਆਪਣੇ ਆਪ ਧਰਮ ਤਬਦੀਲ ਕਰ ਲੈਣਗੇ। ਇਹ ਗੱਲ ਪ੍ਰਚਲਿਤ ਹੋ ਗਈ। ਜਦੋਂ ਇਸੇ ਤਰ੍ਹਾਂ ਹੋਇਆ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਖਬਰਾਂ ਪਹੁੰਚੀਆਂ ਪਟਨੇ ਦੀ ਧਰਤੀ ਤੋਂ, ਢਾਕਾ ਬੰਗਾਲ ਦੀ ਧਰਤੀ ਤੋਂ ਵੱਡੀ ਸੰਗਤ ਦਾ ਰੁਤਬਾ ਪਾਤਸ਼ਾਹ ਜੀ ਦੇ ਕਰਕੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ ਨੇ। ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ। ਜਦੋਂ ਸਮਾਂ 70 ਦਾ ਆਉਂਦਾ ਹੈ, 1670 ਦੇ ਵਿੱਚ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆ ਜਾਂਦੇ ਨੇ, ਜਿਹੜਾ ਸਤਿਗੁਰੂ ਜੀ ਨੇ ਆਪ ਆਪਣੇ ਹੱਥਾਂ ਦੇ ਨਾਲ ਪਿੰਡ ਮਾਖੋਵਾਲ ਦੇ ਵਿੱਚ ਵਸਾਇਆ ਸੀ, ਨਾਨਕੀ ਚੱਕ ਨਾਮ ਰੱਖਿਆ ਉਸਦਾ। ਉਸ ਤੋਂ ਬਾਅਦ ਅਨੰਦਪੁਰ ਸਾਹਿਬ ਪੈਂਦਾ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਧਰਤੀ ਤੇ ਆ ਕੇ ਸਮਾਂ ਜਦੋਂ 5 ਸਾਲ ਦਾ ਹੋ ਜਾਂਦਾ ਹੈ, ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਦੀ ਅਵਸਥਾ 5 ਸਾਲ ਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਰਿਵਾਰ ਨੂੰ ਸੁਨੇਹਾ ਭੇਜ ਦਿੱਤਾ ਹੈ ਕਿ ਹੁਣ ਪਟਨਾ ਸਾਹਿਬ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਦੇ ਵਿੱਚ ਵਸੋਂ ਕੀਤੀ ਜਾਵੇ। ਇੱਥੇ ਹੁਣ ਰੌਣਕਾਂ ਲਾਈਆਂ ਜਾਣ ਆਪਣੇ ਪਰਿਵਾਰ ਨੂੰ, ਕਿਉਂਕਿ ਸਤਿਗੁਰੂ ਜੀ ਆਪਣੇ ਜੀਵਨ ਦਾ ਸਮਾਂ, ਆਪਣੇ ਸਰੀਰ ਦਾ ਠੀਕਰਾ ਜਿਹੜਾ ਹੈ ਉਹਨੂੰ ਵੇਖਦੇ ਨੇ ਕਿ ਸਮਾਂ ਬਤੀਤ ਹੋਣ ਵਾਲਾ ਹੈ। ਇਹ ਜਿਹੜੀ ਸਮੇਂ ਦੀ ਸਰਕਾਰ ਹੈ, ਇਹ ਜ਼ਬਰ ਤੇ ਜ਼ੁਲਮ ਕਰ ਰਹੀ ਹੈ, ਜਿਹੜੀ ਇਹਨੂੰ ਨੱਥ ਪਾਉਣ ਵਾਸਤੇ ਪਾਤਸ਼ਾਹ ਜੀ ਨੂੰ ਪਤਾ ਹੈ ਆਪਣੇ ਸਰੀਰ ਦਾ ਠੀਕਰਾ ਜਿਹੜਾ ਹੈ ਉਹ ਦਿੱਲੀ ਦੀ ਵਿੱਚ ਤੋੜਨਾ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੁਨੇਹਾ ਭੇਜ ਦਿੱਤਾ। ਗੁਰੂ ਪਰਿਵਾਰ ਨੇ ਉਤੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਨੇ। ਖਿਆਲ ਕਰਿਆ ਜੇ, ਬੜੇ ਜਿਹੜੇ ਡੂੰਘੇ ਸਵਾਲ ਨੇ। ਹੁਣ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਬਿਲਕੁਲ ਛੋਟੇ ਨੇ। ਜਦੋਂ 22 ਦਸੰਬਰ 1666 ਵਿੱਚ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ, 23 ਦਸੰਬਰ 1666 ਵਿੱਚ ਭਾਈ ਸੰਗਤ ਸਿੰਘ ਜੀ ਦਾ ਉੱਥੇ ਜਨਮ ਹੁੰਦਾ ਹੈ, ਪਟਨੇ ਦੀ ਧਰਤੀ ਦੇ ਉੱਤੇ। ਬਾਬਾ ਜੀਵਨ ਸਿੰਘ ਜੀ ਤੋਂ ਛੋਟੇ ਭਰਾਤਾ। ਖਿਆਲ ਕਰਿਆ ਜੀ, ਉਹਨਾਂ ਦੀ ਵੀ 5 ਸਾਲ ਉਮਰ ਹੈ, ਇੱਕ ਦਿਨ ਦਾ ਫਰਕ ਹੈ ਗੁਰੂ ਸਾਹਿਬ ਜੀ ਨਾਲੋਂ। ਤੇ ਬਾਬਾ ਜੀ ਦੀ ਉਮਰ ਉਦੋਂ ਜਿਹੜੀ ਹੈ ਉਹ 11 ਸਾਲ ਦੀ, ਕਿਉਂਕਿ ਚੰਗੇ ਤਕੜੇ ਜੁੱਸੇ ਵਾਲੇ ਬਣ ਜਾਂਦੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਨੂੰ ਹੁਕਮ ਲਾਗੂ ਕਰ ਦਿੱਤਾ।
ਤਿਆਰੀਆਂ ਆਰੰਭ ਕਰ ਦਿੱਤੀਆਂ। ਇੱਥੇ ਮੈਂ ਥੋੜਾ ਜਿਹਾ ਇਤਿਹਾਸ ਰੂਪ ਮਾਤਰ ਛੱਡ ਕੇ ਅੱਗੇ ਵਧਣ ਲੱਗਾ, ਕਿਉਂਕਿ ਬਾਬਾ ਭੀਖਮ ਸ਼ਾਹ ਜੀ ਨੇ ਦਰਸ਼ਨ ਕਰਨੇ ਨੇ। ਜੇ ਆਪਾਂ ਇੱਧਰ ਨੂੰ ਲੜੀ ਤੋੜ ਲਈ ਤੇ ਫਿਰ ਇਤਿਹਾਸ ਜਿਹੜਾ ਹੈ ਉਹ ਵਿਸਥਾਰਪੂਰਵਕ ਆਪਾਂ ਨਹੀਂ ਜ਼ਿਕਰ ਕਰ ਸਕਦੇ। ਖੈਰ ਮਾਫ ਕਰਿਆ ਜੇ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਪਹੁੰਚਿਆ, ਪਟਨੇ ਦੀ ਧਰਤੀ ਤੋਂ ਤਿਆਰੀਆਂ ਹੋਈਆਂ ਨੇ ਗੁਰੂ ਪਰਿਵਾਰ ਦੀਆਂ। ਹੁਣ ਵਿਧ ਕੀ ਬਣਾਈ ਗਈ ਹੈ ਕਿ ਬਾਲ ਨੇ, ਬਾਲ ਅਵਸਥਾ ਹੈ ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ। ਜਦੋਂ ਆਪਾਂ ਇਤਿਹਾਸਕ ਸਰੋਤ ਪੜ੍ਹਦੇ ਹਾਂ ਪੁਰਾਤਨ ਸਮੇਂ ਦੇ, ਜ਼ਿਕਰ ਆਉਂਦਾ ਹੈ ਮਾਮਾ ਕਿਰਪਾਲ ਚੰਦ ਜੀ ਦੀ ਵਿਉਂਤ ਹੈ ਤੇ ਹੋਰ ਗੁਰਸਿੱਖਾਂ ਦੀ ਵਿਉਂਤ ਹੈ। ਸਤਿਕਾਰਯੋਗ ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ ਕੇ ਬਾਲਕ ਹੈ। ਤੇ ਸਮੇਂ ਦੀ ਸਰਕਾਰ ਬੜੀ ਤੇਜ਼ ਹੈ, ਕਿਉਂਕਿ ਜ਼ਬਰ ਤੇ ਜ਼ੁਲਮ ਜਿਹੜਾ ਹੈ ਉਹ ਹੱਦ ਤੋਂ ਵੱਧ ਚੁੱਕਾ ਸੀਗਾ। ਪਤਾ ਸੀਗਾ ਗੁਰੂ ਪਰਿਵਾਰ ਨੂੰ ਕਿ ਬਾਲਕ ਨੂੰ ਕਿਵੇਂ ਲਿਜਾਇਆ ਜਾ ਸਕੇ। ਇਤਿਹਾਸ ਜ਼ਿਕਰ ਕਰਦਾ ਕਿ ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਨੂੰ ਗੁੜਗੈਲ ਦੇ ਵਿੱਚ ਸਵਾਰ ਕਰ ਦਿੱਤਾ ਹੈ। ਚਾਰੋਂ ਪਾਸੋਂ ਤੋਂ ਪਾਲਕੀ ਕਵਰ ਕਰ ਦਿੱਤੀ ਗਈ। ਜਦੋਂ ਕਵਰ ਕਰ ਦਿੱਤੀ ਗਈ ਹੈ ਤੇ ਭਾਈ ਸੰਗਤ ਸਿੰਘ ਜੀ ਨੂੰ ਸਵਾਰ ਕਰ ਲਿਆ ਹੈ। ਉਹਨਾਂ ਦੇ ਸੋਹਣਾ ਪੁਸ਼ਾਕਾ ਬਾਬਾ ਜੀਵਨ ਸਿੰਘ ਤੇ ਭਾਈ ਸੰਗਤ ਸਿੰਘ। ਭਾਈ ਸੰਗਤ ਸਿੰਘ ਜੀ ਛੋਟੇ ਭਰਾਤਾ ਨੇ, ਗੁਰੂ ਪਰਿਵਾਰ ਦੇ ਵਿੱਚ ਜਨਮ ਹੋਇਆ, ਗੁਰੂ ਪਰਿਵਾਰ ਦੇ ਵਿੱਚ ਪਲੇ ਨੇ, ਅਥਾਹ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਪਰਿਵਾਰ ਦੀਆਂ। ਤੇ ਜਦੋਂ ਪਲੇ ਨੇ ਤੇ ਇਤਿਹਾਸ ਜ਼ਿਕਰ ਕਰਦਾ ਹੈ, ਕਹਿਣ ਲੱਗੇ ਵੀ ਜਿੱਥੇ ਕਿਤੇ ਸੰਗਤਾਂ ਦਰਸ਼ਨ ਕਰਦੀਆਂ ਨੇ ਉਸ ਵਕਤ ਗੋਬਿੰਦ ਰਾਏ ਦੇ ਦਰਸ਼ਨ ਨਹੀਂ ਕਰਾਏ ਜਾਂਦੇ, ਭਾਈ ਸੰਗਤ ਸਿੰਘ ਦੇ ਦਰਸ਼ਨ ਕਰਾਏ ਜਾਂਦੇ, ਕਿਉਂਕਿ ਦੋਨਾਂ ਦਾ ਜਨਮ ਇੱਕੋ ਦਿਨ ਦਾ, ਇੱਕ ਦਿਨ ਦਾ ਫਰਕ ਪੈਂਦਾ ਹੈ। ਸ਼ਕਲਾਂ ਜਿਹੜੀਆਂ ਨੇ ਸੇਮ ਨੇ। ਜਦੋਂ ਆਪਾਂ ਭਾਈ ਜੀਵਨ ਸਿੰਘ ਜੀ ਦੀ ਸ਼ਕਲ ਬਾਬਾ ਜੀ ਦੇ ਨਾਲ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਤਾਲਮੇਲ ਕਰਕੇ ਜਦੋਂ ਵੇਖਦੇ ਹੋ ਤੇ ਉਸ ਵਕਤ ਵੀ ਸ਼ਕਲ ਜਿਹੜੀ ਬਰਾਬਰ ਦੀ ਹੈ। ਜਦੋਂ ਕਲਗੀ ਤੇ ਤੋੜੇ ਦੀ ਗੱਲ ਆਉਣੀ ਹੈ, ਜਦੋਂ ਭਾਈ ਜੈਤਾ ਜੀ ਨੇ ਸ਼ਹਾਦਤ ਪ੍ਰਾਪਤ ਕਰਨੀ ਹੈ, ਉਸ ਵਕਤ ਜਦੋਂ ਦਿੱਲੀ ਵਿੱਚ ਸੀਸ ਲੈ ਕੇ ਜਾਇਆ ਜਾਂਦਾ ਤੇ ਵਜੀਦਾ ਉਦੋਂ ਬੜੀਆਂ ਖੁਸ਼ੀਆਂ ਮਨਾਉਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕਤਲ ਕਰ ਦਿੱਤਾ ਹੈ, ਸ਼ਹੀਦ ਕਰ ਦਿੱਤਾ ਹੈ, ਕਿਉਂਕਿ ਹਮ ਸ਼ਕਲ ਨੇ, ਕਲਗੀ ਲੱਗੀ ਹੋਈ ਹੈ, ਪੁਸ਼ਾਕਾ ਸ਼ਾਹੀ ਹੈ। ਖੈਰ ਬਾਅਦ ਵਿੱਚ ਜ਼ਿਕਰ ਕਰਾਂਗੇ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਨੇ ਇਹ ਵਿਉਂਤ ਬਣਾਈ ਕਿ ਬਾਲਕ ਗੋਬਿੰਦ ਰਾਏ ਨੂੰ ਕਿਸੇ ਤਰੀਕੇ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਾਇਆ ਜਾਵੇ। ਸਮਾਂ ਬਤੀਤ ਹੁੰਦਾ ਗਿਆ, ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਾ ਪਰਿਵਾਰ। ਇੱਥੇ ਬੜੀਆਂ ਖੁਸ਼ੀਆਂ, ਕੀਰਤਨ ਹੋਏ, ਸਿੱਖ ਸੰਗਤਾਂ ਹੋਮ ਹਮਾ ਕੇ ਪੁੱਜਣ ਲੱਗੀਆਂ ਨੇ। ਉਧਰੋਂ ਪਟਨੇ ਦੀ ਇਹ ਧਰਤੀ ਦੇ ਸੰਗਤਾਂ ਜਿਹੜੀਆਂ ਨੇ ਉਦਾਸ ਹੋਣ ਲੱਗੀਆਂ ਨੇ, ਉਹਨਾਂ ਨੂੰ ਧੀਰਜ ਦਿੱਤਾ ਗਿਆ ਕਿ ਜਦੋਂ ਵੀ ਯਾਦ ਕਰੋਗੇ ਹਾਜ਼ਰ ਹੋਵਾਂਗੇ। ਉੱਥੇ ਬੜੇ ਕੌਤਕ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ। ਜੇ ਆਪਾਂ ਉਹਨਾਂ ਕੌਤਕਾਂ ਦੇ ਵੱਲ ਆਪਾਂ ਧਿਆਨ ਦਿੰਦੇ ਤੇ ਫਿਰ ਇਤਿਹਾਸ ਦੀ ਲੜੀ ਹੋਰ ਲੰਬੀ ਹੁੰਦੀ। ਖੈਰ ਇਹ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੈ। ਜਦੋਂ ਗੁਰੂ ਪਰਿਵਾਰ ਜਿਹੜਾ ਪਟਨੇ ਦੀ ਧਰਤੀ ਤੇ ਪਹੁੰਚਿਆ, ਸਮਾਂ ਬਤੀਤ ਹੁੰਦਾ ਗਿਆ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ 1671 ਵਿੱਚ ਪਰਿਵਾਰ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਪਹੁੰਚ ਗਿਆ। ਇੱਥੇ ਖੁਸ਼ੀਆਂ, ਖੇੜੇ, ਸਿੱਖ ਸੰਗਤਾਂ ਜਿਹੜੀਆਂ ਹੁਮ ਹਮਾ ਕੇ ਪਹੁੰਚਣ ਲੱਗੀਆਂ। ਬਾਲਕ ਗੋਬਿੰਦ ਰਾਏ ਦੇ ਦਰਸ਼ਨ ਕਰਨ ਲੱਗੀਆਂ ਨੇ। ਦਰਸ਼ਨ ਕਰਦੇ ਨੇ ਸਿੱਖ ਸੰਗਤਾਂ ਨੇ ਵਹੀਰਾਂ ਕੱਤ ਦਿੱਤੀਆਂ। ਜਦੋਂ ਸਮਾਂ ਬਤੀਤ ਹੁੰਦਾ ਗਿਆ, 1675 ਦਾ ਸਮਾਂ ਬਤੀਤ ਹੋਇਆ। ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ ਪੰਜ ਪਿਆਰਿਆਂ ਦਾ। ਪੰਜ ਪਿਆਰਿਆਂ ਦੀ ਪਿਰਤ ਗੁਰੂ ਨਾਨਕ ਸਾਹਿਬ ਜੀ ਤੋਂ ਚੱਲੀ ਆਉਂਦੀ। ਇਹ ਗੱਲ ਵੱਖਰੀ ਹੈ ਕਿ ਸਾਡੇ ਕੋਲ ਸਰੋਤ ਨਹੀਂ ਮਿਲਦੇ ਜਾਂ ਸਾਨੂੰ ਲੱਭਦੇ ਨਹੀਂ। ਇਹ ਗੁਰੂ ਨਾਨਕ ਸਾਹਿਬ ਜੀ ਦੀ ਪਿਰਤ ਹੈ। ਖੈਰ ਜਦੋਂ ਹੁਕਮ ਲਾਗੂ ਹੋ ਗਿਆ ਤੇ ਕਸ਼ਮੀਰ ਦੇ ਪੰਡਤ ਜਿਹੜੇ ਉਹਨਾਂ ਨੇ ਵਿਉਂਤ ਬਣਾਈ ਵੀ ਇਸ ਧਰਮ ਨੂੰ ਕਿਵੇਂ ਬਚਾਇਆ ਜਾਵੇ। ਜਦੋਂ ਤਸ਼ੱਦਦ ਹੋਣ ਲੱਗਾ 1675 ਦੇ ਵਿੱਚ, ਜਨੇਊ ਲੱਥਣ ਲੱਗਾ, ਟੋਪੀ ਲੱਥਣ ਲੱਗੀ, ਧੋਤੀ ਲੱਥਣ ਲੱਗੀ, ਤਿਲਕ ਲੱਥਣ ਲੱਗਾ, ਪੁਕਾਰਾ ਕਰਨ ਲੱਗੇ। ਉਸ ਵਕਤ ਦਾ ਉਹਨਾਂ ਦਾ ਮੋਹਰੀ ਪੰਡਤ ਜਿਹਨੂੰ ਕਿਰਪਾ ਰਾਮ ਕਿਹਾ ਜਾਂਦਾ, ਕਿਰਪਾ ਰਾਮ ਦੱਤ ਕਰਕੇ ਆਉਂਦਾ ਹੈ ਇਤਿਹਾਸ ਦੇ ਵਿੱਚ। ਉਹ ਪੰਡਤ ਮੋਹਰੀ ਹੈ, ਮੁਖੀ ਪੰਡਤ ਹੈ। ਬੜੇ ਉਹਨਾਂ ਨੇ ਪੀਰ ਫਕੀਰ ਤੇ ਆਏ, ਬੜੀਆਂ ਅਰਦਾਸਾਂ ਕੀਤੀਆਂ। ਕਿਹੜਾ ਥਾਂ ਵਾ, ਇਤਿਹਾਸਕਾਰ ਜ਼ਿਕਰ ਕਰਦੇ ਨੇ, ਕਹਿਣ ਲੱਗੇ ਜਦੋਂ ਕੁਝ ਪਾਸੇ ਚਾਰਾ ਨਾ ਚੱਲਿਆ, ਅਖੀਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਆਕਾਸ਼ਬਾਣੀ ਹੋਈ, ਇੱਦਾਂ ਕਹਿ ਲਓ, ਜਾਂ ਕਿਸੇ ਨੇ ਸਲਾਹ ਦਿੱਤੀ, ਕਿਸੇ ਤਰ੍ਹਾਂ ਵੀ ਮੰਨ ਲਓ ਵੀ ਜੇਕਰ ਤੁਸੀਂ ਗੁਰੂ ਨਾਨਕ ਦੇ ਘਰ ਵਿੱਚ ਪਹੁੰਚਦੇ ਹੋ ਤੇ ਤੁਹਾਡਾ ਧਰਮ ਜਿਹੜਾ ਉਹ ਜਿੰਦਾ ਰਹਿ ਸਕਦਾ, ਨਹੀਂ ਤੇ ਨਸ਼ਟ ਹੋ ਸਕਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਕੀਤੀ ਅਰਦਾਸ। ਕਿਰਪਾ ਦੱਤ ਪੰਡਤ ਦੇ ਨਾਲ 25 ਪੰਡਤਾਂ ਦਾ ਜਥਾ ਗਿਣਿਆ ਜਾਂਦਾ ਹੈ। ਕੁਝ ਇਤਿਹਾਸਕਾਰ ਵੱਧ ਪੰਡਤਾਂ ਦਾ ਜ਼ਿਕਰ ਕਰਦੇ ਨੇ, ਪਰ ਔਰੰਗਜ਼ੇਬ ਦਾ ਐਲਾਨ ਹੋ ਗਿਆ ਸੀਗਾ ਇਹ ਜਿਹੜੇ 5 ਬੰਦੇ ਇਕੱਠੇ ਹੁੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਓ, ਤਲਵਾਰ ਦੇ ਘਾਟ ਉਤਾਰ ਦਿੱਤਾ ਜਾਵੇ।
ਧੋਤੀ ਟਿੱਕਾ ਬੋਦੀ ਜਿਹੜੀ ਹੈ ਉਤਾਰ ਦਿੱਤੀ ਜਾਵੇ। ਜਿਹੜਾ ਇਸਲਾਮ ਕਬੂਲ ਕਰ ਲੈਂਦਾ ਠੀਕ ਹੈ, ਜਿਹੜਾ ਨਹੀਂ ਕਰਦਾ ਉਹਨੂੰ ਜ਼ਬਰਦਸਤੀ ਕੀਤਾ ਜਾਵੇ, ਜਿਹੜਾ ਜ਼ਬਰਦਸਤੀ ਉਹ ਨਹੀਂ ਕਰਦਾ ਉਹਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ ਜਾਵੇ, ਮਾਰ ਦਿੱਤਾ ਜਾਵੇ। ਸਵਾ ਮਨ ਜੰਜੂ ਲੱਥਣ ਲੱਗਾ, ਪੁਕਾਰਾਂ ਕੀਤੀਆਂ। ਅਖੀਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ। ਪਟਨਾ ਸਾਹਿਬ ਦੀ ਧਰਤੀ ਤੋਂ ਪਰਿਵਾਰ ਪਹੁੰਚਿਆ ਤੇ ਸ਼੍ਰੀਨਗਰ ਦੀ ਧਰਤੀ ਤੋਂ ਕਸ਼ਮੀਰ ਤੋਂ ਪੰਡਤ ਪਹੁੰਚੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਚਰਨਾਂ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੱਗੇ ਨੇ ਪੁਕਾਰਾਂ ਕਰਨ। ਜਦੋਂ ਆਏ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਤਖਤ ਤੇ ਬਿਰਾਜਮਾਨ ਨੇ। ਸਿੱਖ ਸੰਗਤਾਂ ਸੁਜੋਬਤ ਨੇ, ਜਿਸ ਤਰ੍ਹਾਂ ਅੱਜ ਤੁਸੀਂ ਗੁਰੂ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਬੈਠੇ ਹੋ। ਜਦੋਂ ਪਹੁੰਚੀਆਂ ਨੇ ਸਿੱਖ ਸੰਗਤਾਂ, ਕਸ਼ਮੀਰ ਦੇ ਪੰਡਤ ਆ ਕੇ ਲੱਗੇ ਨੇ ਕਰਨ ਅਰਦਾਸਾਂ। ਗਲ ਦੇ ਵਿੱਚ ਪੱਲੇ ਨੇ, ਤੇੜ ਧੋਤੀਆਂ ਨੇ, ਗਲਾਂ ਵਿੱਚ ਜਨੇਊ ਪਾਏ ਹੋਏ ਨੇ, ਮੱਥੇ ਉੱਤੇ ਟਿੱਕਾ ਲੱਗਾ ਹੈ, ਅੱਖਾਂ ਵਿੱਚ ਅਥਰੂ ਪਾ ਕੇ ਵਰਲਾਪ ਕਰਦੇ ਪਏ ਨੇ, ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਪਏ ਨੇ। ਇਤਿਹਾਸ ਜ਼ਿਕਰ ਕਰਦਾ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਆਏ ਤੇ ਗੁਰੂ ਪਿਤਾ ਦੀ ਗੋਦ ਵਿੱਚ ਬੈਠ ਕੇ ਉਦੋਂ ਆਜੂ ਉਹਨਾਂ ਦੀ ਪੌਣੇ 9 ਸਾਲ ਦੀ। ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਜਦੋਂ ਵੇਖਿਆ ਉਦਾਸੀ ਪੰਡਤਾਂ ਦੇ ਮੁਖ ਦੇ ਉੱਤੇ ਅੱਖਾਂ ਵਿੱਚੋਂ ਹੰਝੂ ਗਿਰਦੇ ਨੇ, ਪਾਤਸ਼ਾਹ ਜੀ ਨੇ ਪੁੱਛ ਲਿਆ ਆਪਣੇ ਪਿਤਾ ਗੁਰਦੇਵ ਜੀ ਕੋਲੋਂ, ਸੱਚੇ ਪਾਤਸ਼ਾਹ ਗੁਰਦੇਵ ਪਿਤਾ ਜੀ, ਕਹਿਣ ਲੱਗੇ ਕੌਣ ਲੋਕ ਨੇ ਇਹ ਰੋ ਰਹੇ ਨੇ, ਕੀ ਕਾਰਨ ਹੈ? ਇਹਨਾਂ ਦੇ ਗਲਾਂ ਦੇ ਵਿੱਚ ਪੱਲੇ ਨੇ, ਇਹਨਾਂ ਦੀਆਂ ਅੱਖਾਂ ਵਿੱਚ ਹੰਝੂ ਨੇ, ਇਹਨਾਂ ਦੇ ਸਿਰ ਨੀਵੇਂ ਨੇ, ਕੀ ਗੱਲ ਹੈ? ਕਹਿਣ ਲੱਗੇ ਇਹਨਾਂ ਦਾ ਧਰਮ ਨਸ਼ਟ ਹੁੰਦਾ ਜਾ ਰਿਹਾ ਹੈ, ਇਹਨਾਂ ਦੇ ਧਰਮ ਨੂੰ ਖਤਰਾ ਹੈ, ਇਹਨਾਂ ਦਾ ਧੋਤੀ ਟਿੱਕਾ ਜਨੇਊ ਬੋਦੀ ਲੱਥਦੀ ਏ, ਤਿਲਕ ਲੱਥਦਾ, ਇਸ ਕਰਕੇ ਰੋਂਦੇ ਪਏ ਨੇ ਕਿ ਸਾਡੀ ਧਰਮ ਦੀ ਰੱਖਿਆ ਕੀਤੀ ਜਾਵੇ। ਸੱਚੇ ਪਾਤਸ਼ਾਹ ਕਹਿਣ ਲੱਗੇ ਪਿਤਾ ਜੀ ਫਿਰ ਇਹਨਾਂ ਦੇ ਧਰਮ ਦੀ ਰੱਖਿਆ ਕੌਣ ਕਰ ਸਕਦਾ? ਕਹਿਣ ਲੱਗੇ ਜਿਹੜਾ ਬਹੁਤ ਵੱਡਾ ਬਹਾਦਰ ਹੋਵੇ, ਸੂਰਮਾ ਹੋਵੇ, ਬਲੀ ਹੋਵੇ, ਆਪਣੇ ਸੀਸ ਨੂੰ ਕੁਰਬਾਨ ਕਰ ਦੇਵੇ ਇਹਨਾਂ ਤੋਂ, ਇਹਨਾਂ ਦੇ ਧਰਮ ਦੀ ਰੱਖਿਆ ਤਾਂ ਕੀਤੀ ਜਾ ਸਕਦੀ ਹੈ। ਧੋਤੀ ਇਹ ਟਿੱਕਾ ਇਹ ਬੋਦੀ ਇਹ ਜਨੇਊ ਤਾਂ ਬਚ ਸਕਦਾ ਹੈ। ਜਿਹੜੇ ਲੋਕ ਅੱਜ ਤੁਹਾਨੂੰ ਨਫ਼ਰਤ ਕਰਦੇ ਨੇ, ਜਿਹੜੇ ਗੁਰੂ ਸਾਹਿਬ ਜੀ ਨੂੰ ਨਫ਼ਰਤ ਕਰਦੇ ਨੇ, ਪਰ ਨਹੀਂ ਸਾਰੇ ਨਹੀਂ ਕਰਦੇ ਜੀ, ਕੁਝ ਉਹ ਪੰਡਤ ਨੇ ਜਿਹੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਰੋਜ਼ ਨਤਮਸਤਕ ਹੁੰਦੇ ਨੇ। ਐਸੇ ਵੀ ਲੋਕ ਸਾਰੇ ਨਹੀਂ ਹੁੰਦੇ। ਹਰ ਤਰ੍ਹਾਂ ਦਾ ਬੰਦਾ ਤੁਹਾਨੂੰ ਹਰ ਦੁਨੀਆ ਵਿੱਚ ਹਰ ਧਰਮ ਦੇ ਵਿੱਚ ਮਿਲਦਾ। ਖੈਰ ਗੁਰੂ ਸਾਹਿਬ ਜੀ ਕਹਿਣ ਲੱਗੇ ਇਹਨਾਂ ਦਾ ਇਹਨਾਂ ਉੱਤੇ ਜ਼ੁਲਮ, ਇਹਨਾਂ ਉੱਤੇ ਅਤਿਆਚਾਰ ਹੁੰਦਾ। ਸੱਚੇ ਪਾਤਸ਼ਾਹ ਜੀ ਪਿਤਾ ਜੀ ਫਿਰ ਕਿਵੇਂ ਰੋਕਿਆ ਜਾ ਸਕਦਾ? ਸਾਹਿਬ ਜੀ ਕਹਿਣ ਲੱਗੇ ਇਹਨਾਂ ਦੇ ਵਾਸਤੇ ਕੋਈ ਬਹੁਤ ਵੱਡਾ ਬਲੀ ਬਹਾਦਰ ਚਾਹੀਦਾ ਜਿਹੜਾ ਆਪਣਾ ਆਪ ਕੁਰਬਾਨ ਕਰ ਦੇਵੇ। ਤੇ ਪਿਤਾ ਜੀ ਫਿਰ ਤੁਹਾਡੇ ਤੋਂ ਵੱਡਾ ਬਲੀ ਬਹਾਦਰ ਕਿਹੜਾ ਹੋ ਸਕਦਾ? ਅਜੇ ਪੌਣੇ 9 ਸਾਲ ਦੀ ਉਮਰ ਹੈ ਪੁੱਤਰ ਦੀ, ਆਪਣੇ ਪਿਤਾ ਨੂੰ ਸਵਾਲ ਕਰ ਦਿੱਤਾ। ਕਹਿਣ ਲੱਗੇ ਠੀਕ ਆ, ਕੁਝ ਲੋਕ ਇਤਿਹਾਸ ਵਿੱਚ ਜ਼ਿਕਰ ਕਰਦੇ ਨੇ ਪਿਤਾ ਤੇ ਪੁੱਤਰ ਦੇ ਸਵਾਲ ਤੇ ਜਵਾਬ ਹੁੰਦੇ ਨੇ। ਕਹਿਣ ਲੱਗੇ ਪੁੱਤਰ ਤੂੰ ਛੋਟਾ ਹੈ, ਯਤੀਮ ਹੋ ਜਾਵੇਂਗਾ। ਕਹਿਣ ਲੱਗਾ ਪਿਤਾ ਜੀ ਕੋਈ ਗੱਲ ਨਹੀਂ, ਜੇ ਹਜ਼ਾਰਾਂ ਲੱਖਾਂ ਲੋਕ ਮੇਰੇ ਇੱਕ ਯਤੀਮ ਹੋਣ ਦੇ ਨਾਲ ਬਚ ਜਾਣਗੇ ਤੇ ਮੈਨੂੰ ਹੋਰ ਕੀ ਚਾਹੀਦਾ? ਸੰਸਾਰ ਦੀ ਤਵਾਰੀਖ ਬਦਲ ਜਾਵੇਗੀ। ਕਹਿਣ ਲੱਗੇ ਠੀਕ ਹੈ। ਗੁਰੂ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਦਾ ਹੁਕਮ ਪ੍ਰਵਾਨ ਕਰ ਲਿਆ। ਪਤਾ ਹੈ ਕਿ ਇਹ ਜਿਹੜਾ ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਕਾਸ਼ ਲਿਆ ਹੈ, ਇਹ ਜ਼ਬਰ ਤੇ ਜ਼ੁਲਮ ਨੂੰ ਕੁੱਟਣ ਵਾਸਤੇ, ਨਸ਼ਟ ਕਰਨ ਵਾਸਤੇ ਲਿਆ ਹੈ। ਔਰੰਗਜ਼ੇਬ ਦੀ ਰਾਜ ਨੂੰ ਖਤਮ ਕਰਨ ਵਾਸਤੇ ਹੀ ਜਨਮ ਲਿਆ ਹੈ, ਪ੍ਰਕਾਸ਼ ਲਿਆ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਹੁਕਮ ਲਾਗੂ ਕਰ ਦਿੱਤਾ ਗੁਰੂ ਪਿਤਾ ਨੇ। ਜਦੋਂ ਲਾਗੂ ਕਰ ਦਿੱਤਾ ਪਾਤਸ਼ਾਹ ਜੀ ਨੇ ਕਸ਼ਮੀਰ ਦੇ ਪੰਡਤਾਂ ਨੂੰ ਕਹਿ ਦਿੱਤਾ ਹੈ ਜਾਓ ਆਪਣੇ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਸਿੱਖਾਂ ਦੇ ਗੁਰੂ ਨੂੰ ਜੇਕਰ ਤੂੰ ਉਹਨਾਂ ਨੂੰ ਮੁਸਲਮਾਨ ਬਣਾ ਲੈਣਾ ਤੇ ਸਾਨੂੰ ਤਲਵਾਰ ਦੀ ਲੋੜ ਨਹੀਂ, ਅਸੀਂ ਆਪਣੇ ਆਪ ਧਰਮ ਤਬਦੀਲ ਕਰ ਲਵਾਂਗੇ, ਆਪਣੇ ਆਪ ਇਸਲਾਮ ਕਬੂਲ ਕਰ ਲਵਾਂਗੇ, ਕੋਈ ਜੱਦੋ-ਜਹਿਦ ਕਰਨ ਦੀ ਲੋੜ ਨਹੀਂ ਹੈ। ਪੰਡਤਾਂ ਨੇ ਜਾ ਕੇ ਆਪਣਾ ਹੁਕਮ ਔਰੰਗਜ਼ੇਬ ਨੂੰ ਸੁਣਾ ਦਿੱਤਾ ਹੈ। ਕਹਿਣ ਲੱਗੇ ਸਾਡੇ ਗੁਰੂ ਦਾ ਹੁਕਮ ਹੈ ਕਿ ਜੇ ਤੂੰ ਮੈਨੂੰ ਮੁਸਲਮਾਨ ਬਣਾ ਲਵੇਂ ਤੇ ਦੁਨੀਆ ਦੇ ਲੋਕ ਸਾਰੇ ਆਪਣੇ ਆਪ ਧਰਮ ਤਬਦੀਲ ਕਰ ਲੈਣਗੇ। ਉਹ ਕਹਿਣ ਲੱਗੇ ਤੇ ਗੱਲ ਹੀ ਬੜੀ ਆਸਾਨ, ਕੱਲੇ ਕੱਲੇ ਦੇ ਪਿੱਛੇ ਇੱਕ ਨੂੰ ਮੁਸਲਮਾਨ ਬਣਾਉਣਾ ਤੇ ਬਹੁਤ ਔਖੀ ਗੱਲ ਹੈ, ਸਾਰਾ ਦਿਨ ਲੰਘ ਜਾਂਦਾ। ਇੱਕ ਨੂੰ ਬਣਾਉਣਾ ਤੇ ਬਹੁਤ ਸੌਖੀ ਗੱਲ ਹੈ, ਪਰ ਅੰਦਰ ਦੀ ਖੇਡ ਨੂੰ ਜਾਣਦਾ ਨਹੀਂ। ਔਰੰਗਜ਼ੇਬ ਨਹੀਂ ਜਾਣਦਾ ਸੀ ਕਿ ਗੁਰੂ ਕੈਸਾ ਹੈ। ਖੈਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਮੇਂ ਦੇ ਨਾਲ ਪਾਤਸ਼ਾਹ ਜੀ ਨੂੰ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰ ਦਿੱਤਾ। ਸਤਿਗੁਰੂ ਜੀ ਆਪ ਤਿਆਰੀ ਕੀਤੀ, ਜਿਵੇਂ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਪੰਜਾਂ ਪਿਆਰਿਆਂ ਦਾ, ਉਹਨਾਂ ਦੇ ਵਿੱਚ ਮਤੀ ਦਾਸ, ਸਤੀ ਦਾਸ, ਦਿਆਲਾ ਜੀ,
ਤੇ ਜਿਵੇਂ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਬਾਬਾ ਗੁਰਦਿੱਤਾ ਜੀ ਦਾ, ਜਿੱਥੇ ਬਾਬਾ ਗੁਰਦਿੱਤਾ ਜੀ ਦਾ ਜ਼ਿਕਰ ਆਉਂਦਾ ਉੱਥੇ ਨਾਲ ਭਾਈ ਊਦੇ ਸਿੰਘ ਦਾ ਵੀ ਜ਼ਿਕਰ ਆਉਂਦਾ ਹੈ ਤੇ ਬਾਬਾ ਜੈਤਾ ਜੀ, ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਪੁੱਤਰ ਬਣਾ ਕੇ ਆਪਣਾ ਸਲਾਹਕਾਰ ਵੀ ਬਣਾ ਲਿਆ ਜੀ। ਖਿਆਲ ਕਰਿਆ ਜੇ, ਭਾਈ ਜੈਤਾ ਜੀ ਨੂੰ ਆਪਣਾ ਸਲਾਹਕਾਰ ਬਣਾ ਲਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬਣਾ ਲੈਣਾ। ਕਿਉਂ? ਕਾਰਨ ਕੀ ਹੈ? ਕਿੰਨਾ ਕੁ ਵਿਸ਼ਵਾਸ ਪਾਤਰ ਹੈ, ਕਿੰਨਾ ਕੁ ਭਰੋਸਾ ਹੈ। ਐਵੇਂ ਗੁਰੂ ਕੇ ਬੇਟੇ ਨਹੀਂ ਬਣਿਆ ਜਾਂਦਾ। ਅੱਜ ਆਪਾਂ ਸੈਂਕੜੇ ਵਾਰੀ ਕਹੀ ਜਾਈਏ, ਪਰ ਉਹਦੇ ਵਾਸਤੇ ਕਮਾਈ ਕਰਨੀ ਪੈਂਦੀ ਹੈ, ਆਪਾਂ ਸਮਰਪਣ ਕਰਨਾ ਪੈਂਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ। ਜਦੋਂ ਔਰੰਗਜ਼ੇਬ ਨੂੰ ਜਾ ਕੇ ਸੁਨੇਹਾ ਦੇ ਦਿੱਤਾ, ਉਹਨੇ ਵਾਰੰਟ ਜਾਰੀ ਕਰ ਦਿੱਤਾ, ਇੱਧਰੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਤਿਆਰੀ ਕੀਤੀ, ਪਾਤਸ਼ਾਹ ਜੀ ਪੰਜਾਂ ਪਿਆਰਿਆਂ ਨੂੰ ਨਾਲ ਲੈ ਕੇ ਜਦੋਂ ਪ੍ਰਚਾਰ ਦੌਰਾ ਕਰਦਿਆਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਆਗਰੇ ਦੀ ਧਰਤੀ ਤੇ ਪਹੁੰਚੇ ਨੇ। ਆਗਰੇ ਤੋਂ ਗ੍ਰਿਫਤਾਰ ਹੋ ਜਾਂਦੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਲੀ ਤਲਬ ਕੀਤਾ ਜਾਂਦਾ ਹੈ। ਮੈਂ ਥੋੜਾ ਜਿਹਾ ਇਹਨੂੰ ਸ਼ਾਰਟ ਕਰਕੇ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਦੇ ਉੱਤੇ ਆਉਣ ਦਾ ਯਤਨ ਕਰੀਏ, ਥੋੜੀਆਂ ਜਿਹੀਆਂ ਉਹਨਾਂ ਦੇ ਨਾਲ ਵਿਚਾਰਾਂ ਕਰਕੇ ਆਪ ਜੀ ਦੇ ਨਾਲ, ਕਿਉਂਕਿ ਸਮਾਂ ਆਪ ਜੀ ਨੇ ਦੱਸਣਾ ਕਿੰਨਾ ਸਮਾਂ ਬੋਲਣਾ, ਉਸ ਦੇ ਮੁਤਾਬਕ ਚੱਲਾਂਗੇ। ਤੇ ਜਿਵੇਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ 1675 11 ਨਵੰਬਰ ਦਾ ਦਿਨ ਸਤਿਗੁਰੂ ਜੀ ਦਾ ਇਹ ਨਿਯੁਕਤ ਕੀਤਾ ਗਿਆ ਕਿ ਬਾਬਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਾਣਾ ਹੈ। ਸਭ ਤੋਂ ਪਹਿਲਾਂ ਬੜੇ ਡਰਾਵੇ ਦਿੱਤੇ ਗਏ, ਬੜੇ ਲਾਲਚ ਦਿੱਤੇ ਗਏ, ਸ਼ੌਹਰਤ ਦਿੱਤੀ ਗਈ, ਪਰ ਕੋਈ ਐਸਾ ਸਿੱਖ ਨਹੀਂ ਜਿਹੜਾ ਡੋਲ ਜਾਵੇ। ਭਾਈ ਮਤੀ ਦਾਸ ਜੀ ਸਭ ਤੋਂ ਪਹਿਲਾਂ ਵਾਰੀ ਆਉਂਦੀ ਏ ਕਿ ਇਹੋ ਜਿਹੀ ਦਹਿਸ਼ਤ ਫੈਲਾਈ ਜਾਵੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਘਬਰਾ ਜਾਣ, ਇਸਲਾਮ ਕਬੂਲ ਕਰ ਲੈਣ, ਇਹਨਾਂ ਦੇ ਸਿੱਖਾਂ ਨੂੰ ਜੇਲ੍ਹ ਚੋਂ ਕੱਢ ਕੇ ਸ਼ਹੀਦ ਕੀਤਾ ਜਾਵੇ। ਮਤੀ ਦਾਸ ਜੀ ਨੂੰ ਆਰੇ 'ਚ ਬੰਨ੍ਹ ਕੇ, ਫੱਟਿਆਂ 'ਚ ਬੰਨ੍ਹ ਕੇ ਆਰੇ ਨਾਲ ਚੀਰ ਦਿੱਤਾ ਗਿਆ। ਜਿੱਥੇ ਅੱਜ ਤੁਸੀਂ ਵੇਖਦੇ ਹੋ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਮਤੀ ਦਾਸ ਦੁਆਰਾ ਚੌਂਕ ਬਣਿਆ ਹੋਇਆ। ਮੁੜ ਕੇ ਵਾਰੀ ਆ ਜਾਂਦੀ ਏ ਭਾਈ ਦਿਆਲਾ ਜੀ ਦੀ, ਦੇਗ ਵਿੱਚੋਂ ਬਾਲ ਦਿਓ। ਸੌਖੀ ਖੇਡ ਨਹੀਂ, ਆਪਾਂ ਤੇ ਕਹਿ ਦੇਣਾ ਦੇਗ ਚੋਂ ਬਾਲ ਦਿਓ, ਦੇਗ ਚੋਂ ਬਾਲੇ ਜਾਣਾ, ਉੱਤੋਂ ਢੱਕ ਦੇਣਾ ਢੱਕਣ ਦੇ ਨਾਲ। ਕਿਹੋ ਜੀ ਖੇਡ ਸੀ, ਕਿਹੋ ਜਿਹੇ ਸਿੱਖ ਸੀਗੇ। ਗੁਰੂ ਸਾਹਿਬ ਜੀ ਨੂੰ ਆਪਾਂ ਸਮਰਪਣ ਕਰਨ ਵਾਲੇ ਉਹ ਬਾਣੀ ਤੇ ਕਿੰਨੇ ਰਸੀਏ ਹੋਣਗੇ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਕਿਤੇ ਖਸਮ ਨੂੰ ਛੱਡ ਕੇ ਇਸ ਸੰਸਾਰ ਵਿੱਚ ਨਾ ਡੁੱਬ ਜਾਈਏ। ਤੇ ਦੂਜਾ ਬਚਨ ਪਾਤਸ਼ਾਹ ਕਹਿ ਦਿੰਦੇ ਨੇ ਪ੍ਰਵਾਹ ਨਾ ਹੀ ਕਿਸੇ ਤੇਰੀ ਬਾਤ ਸੱਚੇ ਨਾ। ਜਿਹੜੇ ਗੁਰੂ ਦਾ ਓਟ ਆਸਰਾ ਲੈ ਲੈਂਦੇ ਨੇ, ਕਿਸੇ ਦੀ ਪ੍ਰਵਾਹ ਨਹੀਂ ਕਰਦੇ, ਭਾਵੇਂ ਉਪਲ ਦੀ ਦੇਗ ਹੋਵੇ ਤੇ ਭਾਵੇਂ ਆਰਾ ਸੀਸ ਤੇ ਰੱਖ ਦਿੱਤਾ ਜਾਵੇ। ਵਿਸਥਾਰਪੂਰਵਕ ਨਹੀਂ, ਮੈਂ ਟੂਕ ਮਾਤਰ ਸਾਂਝ ਕਰ ਰਿਹਾ ਤੁਹਾਡੇ ਨਾਲ। ਤੀਸਰੀ ਵਾਰੀ ਆ ਜਾਂਦੀ ਹੈ ਸਤੀ ਦਾਸ ਦੀ, ਕਹਿਣ ਲੱਗੇ ਰੂੰ ਵਿੱਚ ਬੰਨ੍ਹ ਦਿਓ, ਰੂੰ ਵਿੱਚ ਬੰਨ੍ਹ ਕੇ ਲਪੇਟ ਕੇ ਇਹਨੂੰ ਅੱਗ ਲਾ ਦਿਓ। ਅੱਗ ਲਾ ਦਿੱਤੀ ਜਾਂਦੀ ਹੈ। ਜਿਉਂਦੇ ਜੀ ਓਏ ਅੱਜ ਤੁਹਾਡੇ ਗੁਰੂ ਸਾਹਿਬ ਜੀ ਦਾ ਨਰਾਦਰ ਹੁੰਦਾ ਹੋਵੇ, ਅੱਜ ਜਿੰਨੀ ਮਰਜ਼ੀ ਕੋਈ ਬੇਇੱਜ਼ਤੀ ਕਰਦਾ ਹੋਵੇ, ਅੱਜ ਸਾਡੇ ਵਿੱਚ ਜੁਰਤ ਖਤਮ ਹੋ ਗਈ, ਅਣਖ ਖਤਮ ਹੋ ਗਈ, ਕੀ ਕਰਦੇ ਆ? ਫੜ ਕੇ ਪ੍ਰਸ਼ਾਸਨ ਨੂੰ ਦੇ ਦਿੰਦੇ। ਕਮਾਲ ਦੀ ਗੱਲ ਹੈ। ਇਹੋ ਜਿਹੇ ਸਿੱਖ ਹੋਣ ਤੁਹਾਡੇ, ਜਿਹੜੇ ਆਪਾਂ ਕੁਰਬਾਨ ਕਰਨ ਵਾਲੇ ਤਿੰਨੋਂ ਸਿੰਘ ਸ਼ਹੀਦ ਕਰ ਦਿੱਤੇ ਗਏ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਤੇ ਸਵਾਲ ਹੋ, ਕਹਿਣ ਲੱਗੇ ਦੱਸੋ ਕੀ ਚਾਹੁੰਦੇ ਹੋ? ਅਖੀਰ ਰਾਤ ਦਾ ਸਮਾਂ ਹੋਇਆ, ਕਹਿਣ ਲੱਗੇ ਕੁਝ ਨਹੀਂ ਚਾਹੁੰਦੇ। ਕਹਿਣ ਲੱਗੇ ਦੀਨੇ ਇਸਲਾਮ ਕਬੂਲ ਕਰ ਲਓ। ਕਹਿੰਦੇ ਨਹੀਂ। ਕਹਿੰਦੇ ਫਿਰ? ਕਹਿੰਦੇ ਬੜਾ ਰਾਜ ਭਾਗ ਸ਼ੌਹਰਤਾਂ ਦਿੱਤੀਆਂ ਜਾਣਗੀਆਂ। ਕਹਿੰਦੇ ਨਹੀਂ। ਕਹਿੰਦੇ ਫਿਰ ਮੌਤ? ਕਹਿੰਦੇ ਹਾਜ਼ਰ ਹੈ, ਮੌਤ ਮਰਨ ਵਾਸਤੇ ਆਏ, ਕਬੂਲ ਕਰਕੇ ਆਏ ਆ। ਤੇਰੀ ਧਰਤੀ ਦੇ ਉੱਤੇ, ਤੇਰੀ ਦਲੀਜ ਵਿੱਚ ਆਪਣੇ ਸਰੀਰ ਦਾ ਠੀਕਰਾ ਤੋੜਨ ਵਾਸਤੇ ਆਏ ਆ, ਕਬੂਲ ਹੈ। ਰਾਤ ਦਾ ਸਮਾਂ ਹੋਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੈਂ ਆਨੰਦ ਸਿੱਖ ਅੱਗੇ ਵੀ ਜ਼ਿਕਰ ਕਰਕੇ ਗਿਆ ਸੀਗਾ। ਅਬਦੁੱਲਾ ਦਰੋਗਾ ਜੇਲ੍ਹ ਦਾ, ਤੇ ਔਰੰਗਜ਼ੇਬ ਦੀ ਪੁੱਤਰੀ ਜੈਬਨਿਸਾ ਤੇ ਸ਼ਿਵ ਨਾਰਾਇਣ ਪੰਡਤ, ਇਹ ਤਿੰਨ ਮਨੁੱਖ ਨੇ ਜਿਨ੍ਹਾਂ ਦਾ ਅਹਿਮ ਰੋਲ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ। ਬਹੁਤ ਵੱਡਾ ਰੋਲ ਹੈ। ਔਰੰਗਜ਼ੇਬ ਨੂੰ, ਔਰੰਗਜ਼ੇਬ ਦੀ ਪੁੱਤਰੀ ਨੇ ਚਿੱਠੀ ਲਿਖ ਦਿੱਤੀ ਜੇਲ੍ਹ ਦੇ ਦਰੋਗੇ ਨੂੰ, ਕਹਿਣ ਲੱਗੀ ਬਾਬਾ ਜੀਵਨ ਸਿੰਘ ਨੂੰ ਰੋਕਣਾ ਨਹੀਂ, ਜਦੋਂ ਆਵੇ ਜਦੋਂ ਮਰਜ਼ੀ ਜਾਵੇ, ਕੋਈ ਇਹਨਾਂ ਦੇ ਉੱਤੇ ਸਖਤੀ ਨਹੀਂ ਕੀਤੀ ਜਾਣੀ ਚਾਹੀਦੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੋਲ ਸੱਦਿਆ, ਕਹਿਣ ਲੱਗੇ 5 ਪੈਸੇ ਨਾਰੀਅਲ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਜਿਹੜੀ ਤੁਸੀਂ ਪੜ੍ਹਦੇ ਹੋ, ਬਹੁਤ ਵੱਡਾ ਰੋਲ ਹੈ ਬਾਬਾ ਜੀਵਨ ਸਿੰਘ ਜੀ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਦੇ ਵਿੱਚ। ਆਪਾਂ ਜਿਹੜਾ ਗੁਰੂ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1604 ਦੇ ਵਿੱਚ
ਪੋਥੀ ਪਰਮੇਸ਼ਰ ਦੇ ਥਾਨ ਦੇ ਵਿੱਚ ਆਪਾਂ ਮੰਨਦੇ ਆ, ਮਨਾਉਂਦੇ ਆ। ਉਹ ਪੋਥੀ ਪਰਮੇਸ਼ਰ ਦੇ ਥਾਨ ਦੇ ਵਿੱਚ ਪਹਿਲਾ ਪ੍ਰਕਾਸ਼ ਜਿਹੜਾ ਆਪਾਂ ਮਨਾਉਂਦੇ, ਤੇ ਸੰਪੂਰਨਤਾ ਦਿਵਸ ਉਹ ਬਣਨਾ ਹੈ ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਅੰਕਿਤ ਕੀਤੀ ਤੇ ਗੁਰੂ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਕੀਤਾ ਹੈ, ਸ਼ਿਸ਼ੋਭਿਤ ਕੀਤਾ ਹੈ। ਜਦੋਂ ਪ੍ਰਕਾਸ਼ ਹੋਇਆ ਦਮਦਮਾ ਸਾਹਿਬ ਦੀ ਧਰਤੀ ਤੇ, ਉਦੋਂ ਸੰਪੂਰਨਤਾ ਦਿਵਸ ਮਨਾਇਆ। ਪ੍ਰਕਾਸ਼ ਪੁਰਬ ਜਿਹੜਾ 1604 ਦਾ ਮਨਾਇਆ ਜਾਂਦਾ ਹੈ। ਸੰਪੂਰਨ ਦਿਵਸ ਉਦੋਂ ਹੁੰਦਾ ਹੈ ਜਦੋਂ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਜੈ ਜੈਵੰਤੀ ਰਾਗ ਤੇ ਗੁਰੂ ਸਾਹਿਬ ਜੀ ਦੀ ਬਾਣੀ ਇਹ ਲੈ ਕੇ ਜਦੋਂ ਚੱਲਣ ਲੱਗੇ, ਪਾਤਸ਼ਾਹ ਜੀ ਨੇ ਪਤਾ ਕੀ ਹੁਕਮ ਕੀਤਾ? ਤੁਸੀਂ ਵੇਖਿਆ ਹੋਣਾ ਹੈ ਕਿ ਹਨੂਮਾਨ ਨੂੰ ਲੋਕ ਪਵਨ ਪੁੱਤਰ ਕਹਿੰਦੇ ਨੇ। ਹਿੰਦੂ ਗ੍ਰੰਥਾਂ ਦੇ ਮੁਤਾਬਕ ਸਾਡੇ ਜਦੋਂ ਮੈਂ ਕਈ ਵਾਰੀ ਸੁਣਦਾ ਜਗਰਾਤੇ ਵਾਲੇ ਵੀਰ ਆ ਨਾ, ਉਹ ਵੀ ਪਵਨ ਦਾ ਰੂਪ ਕਹਿੰਦੇ ਨੇ ਕਿ ਪਵਨ ਰੂਪ ਹੈ। ਪਰ ਮੈਂ ਕਹਿੰਦਾ ਕਮਾਲ ਦੀ ਗੱਲ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਰਨ ਲੱਗੇ ਨੇ ਆਪਣੇ ਅਨੰਦ ਸਿੱਖ ਨੂੰ, ਆਪਣੇ ਪੁੱਤਰ ਨੂੰ, ਆਪਣੇ ਸਲਾਹਕਾਰ ਨੂੰ, ਤੇ ਕਹਿਣ ਲੱਗੇ ਪੁੱਤਰਾ ਜਾਣਾ ਪਤਾ ਕਿੱਦਾਂ? ਪਵਨ ਰੂਪ ਹੋ ਕੇ ਜਾਣਾ ਤੇ ਪਵਨ ਰੂਪ ਹੋ ਕੇ ਆਉਣਾ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਸਮੱਗਰੀ ਦਿੱਤੀ, 5 ਪੈਸੇ ਨਾਰੀਅਲ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨ ਕੀਤੀ ਹੋਈ ਬਾਣੀ ਜਦੋਂ ਪਾਤਸ਼ਾਹ ਜੀ ਨੇ ਸੁਪਰਦ ਕਰ ਦਿੱਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਲੈ ਕੇ ਦਿੱਲੀ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਪਹੁੰਚਣਾ, ਫੌਜਾਂ 4 ਸਪੇਰੇ ਨੇ, ਵਿਖੜੇ ਪੈਂਡੇ ਨੇ, ਕੋਈ ਸਵਾਰੀ ਵੀ ਨਹੀਂ ਆ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਬਾਬਾ ਜੀ ਦੇ ਕੋਲ ਘੋੜਾ ਸੀਗਾ, ਆਏ ਤੇ ਗ੍ਰਿਫਤਾਰੀ ਦੇਣ ਸੀ ਤੇ ਪੈਦਲ ਆਏ ਸੀ, ਯਾਤਰਾ ਪ੍ਰਚਾਰ ਕਰਦੇ ਆਏ ਨੇ ਗੁਰੂ ਸਾਹਿਬ। ਤੇ ਜੇ ਆਪਾਂ ਮੰਨ ਲਈਏ ਘੋੜਾ ਵੀ ਸੀ ਤੇ ਘੋੜਾ ਫਿਰ ਕਿੱਥੇ ਸੀਗਾ? ਬਾਬਾ ਜੀ ਵੀ ਜੇਲ੍ਹ 'ਚ ਨੇ, ਪਿਆਰੇ ਵੀ ਜੇਲ੍ਹ 'ਚ ਨੇ, ਗੁਰੂ ਸਾਹਿਬ ਜੀ ਵੀ ਜੇਲ੍ਹ 'ਚ ਨੇ ਤੇ ਜੇਲ੍ਹ 'ਚੋਂ ਚੱਲੇ ਨੇ। ਖੈਰ ਵਿਸ਼ਾ ਜਿਹੜਾ ਹੈ ਬਦਲ ਨਾ ਜਾਵੇ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਲਾਗੂ ਕਰ ਦਿੱਤਾ, ਜਾ ਕੇ ਪਾਤਸ਼ਾਹ ਜੀ ਦੇ ਕੋਲ 5 ਪੈਸੇ ਨਾਰੀਅਲ ਸਮੱਗਰੀ ਤੇ ਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਬਾਣੀ ਜਿਹੜੀ ਹੈ ਸੁਪਰਦ ਕਰ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰ ਦਿੱਤੀ। ਕਹਿਣ ਲੱਗੇ ਭਾਈ ਜੈਤਾ ਜੀ ਪਿਤਾ ਜੀ ਦਾ ਕੀ ਹਾਲ ਹੈ? ਕਹਿਣ ਲੱਗੇ ਬਹੁਤ ਵਧੀਆ ਹੈ। ਕਹਿਣ ਲੱਗੇ ਉੱਥੋਂ ਦਾ ਦਿੱਲੀ ਦਾ ਕੀ ਤਵਾਰੀਖ ਹੈ? ਕਹਿਣ ਲੱਗੇ ਗੁਰੂ ਸਾਹਿਬ ਜੀ 3 ਸਿੰਘਾਂ ਨੂੰ, ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਜੀ ਨੂੰ ਸ਼ਹੀਦ ਕਰ ਦਿੱਤਾ ਹੈ, ਆਰਿਆ ਚੀਰ ਦਿੱਤਾ ਗਿਆ, ਦੇਖ ਤੋਂ ਬਾਲ ਦਿੱਤਾ ਗਿਆ, ਰੂੰਗ 'ਚ ਬੰਨ੍ਹ ਕੇ ਸਾੜ ਦਿੱਤਾ ਗਿਆ। ਕਹਿਣ ਲੱਗੇ ਫੇਰ, ਕਹਿਣ ਲੱਗੇ ਗੁਰੂ ਪਿਤਾ ਦੀ ਵਾਰੀ ਹੈ ਸ਼ਹਾਦਤ ਦੀ। ਕਹਿਣ ਲੱਗੇ ਫੇਰ ਕੀ ਕਰਨਾ ਹੈ? ਜਦੋਂ ਅਗਲੇ ਸਵੇਰ ਦਾ ਦੀਵਾਨ ਸੱਜਿਆ, ਗੁਰੂ ਪਿਤਾ ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਨੇ ਐਲਾਨ ਕਰ ਦਿੱਤਾ ਹੈ, ਸਮਾਪਤੀ ਹੋਈ। ਜਿਵੇਂ ਦੀਵਾਨ 'ਚ ਬੈਠੇ ਹੋ, ਸਮਾਪਤੀ ਤੋਂ ਬਾਅਦ ਪਾਤਸ਼ਾਹ ਜੀ ਕਹਿਣ ਲੱਗੇ ਕੋਈ ਐਸਾ ਜਰਨੈਲ ਹੈਗਾ? ਪਿਤਾ ਜੀ ਦੀ ਸ਼ਹਾਦਤ ਹੋਣੀ ਹੈ, ਗੁਰੂ ਪਿਤਾ ਦੀ ਦਿੱਲੀ ਚਾਂਦਨੀ ਚੌਂਕ ਵਿੱਚ ਸ਼ਹਾਦਤ ਹੋਣੀ ਹੈ। ਕੋਈ ਐਸਾ ਜਰਨੈਲ, ਕੋਈ ਸੂਰਬੀਰ ਬਹਾਦਰ ਯੋਧਾ ਹੋਵੇ ਜਿਹੜਾ ਸਾਡੇ ਪਿਤਾ ਦਾ ਸੀਸ ਤੇ ਧੜ ਦੇ ਸਤਿਕਾਰ ਦੇ ਨਾਲ ਸੰਭਾਲ ਕਰ ਸਕੇ। ਬੜੇ ਬੜੇ ਜਰਨੈਲ ਸਨ। ਅੱਜ ਆਪਾਂ ਜਿੰਨੀਆਂ ਮਰਜ਼ੀ ਡੀਂਗਾ ਮਾਰੀ ਲਈਏ, ਉਹ ਹੋ ਗਿਆ, ਜੇ ਹੋ ਗਿਆ, ਇੰਨੀਆਂ ਬਹਾਦਰੀਆਂ ਸੀਗੀਆਂ, ਪਰ ਕਿੱਥੇ ਸੀ? ਕਹਿਣ ਲੱਗੇ ਗੁਰੂ ਸਾਹਿਬ ਜੀ ਐਲਾਨ ਕਰਦੇ ਪਏ ਨੇ ਦੀਵਾਨ ਵਿੱਚ ਤੇ ਕੋਈ ਮਰਦ ਨਹੀਂ ਉੱਠਦਾ। ਕਿਉਂਕਿ ਮਰਦ ਕਿਉਂ ਨਹੀਂ ਉੱਠਦਾ? ਕਹਿੰਦੇ ਪਤਾ ਹੈ ਦਿੱਲੀ ਦੀ ਧਰਤੀ ਤੇ ਜਾਣਾ ਹੈ, ਔਰੰਗਜ਼ੇਬ ਦਾ ਰਾਜ ਹੈ, 10 ਲੱਖ ਫੌਜਾਂ ਦਾ ਪਹਿਰਾ ਹੈ, ਤੇ ਜਿਹੜਾ ਜਾਵੇਗਾ ਤੇ ਮੌਤ ਦੇ ਮੂੰਹ ਤੋਂ ਬਚ ਕੇ ਨਹੀਂ ਆਵੇਗਾ, ਜਾਨ ਪਿਆਰੀ ਕਰ ਲਈ। ਕਹਿਣ ਲੱਗੇ ਗੁਰੂ ਸਾਹਿਬ ਜੀ ਨੇ 3 ਵਾਰੀ ਜਦੋਂ ਹੁਕਮ ਲਾਇਆ, 2 ਵਾਰੀ ਹੁਕਮ ਲਾਇਆ, ਕਿਸੇ ਨੇ ਜਵਾਬ ਨਹੀਂ ਦਿੱਤਾ। ਅਖੀਰ ਭਾਈ ਜੈਤਾ ਜੀ ਉੱਠੇ, ਸੱਚੇ ਪਾਤਸ਼ਾਹ ਗੁਰਦੇਵ ਪਿਤਾ ਜੀ ਇਹ ਬਖਸ਼ਿਸ਼ ਕਰ ਦਿਓ, ਆਪ ਕਰਾ ਲਿਓ। ਤੇ ਸਤਿਗੁਰੂ ਜੀ ਨੇ ਥਾਪੜਾ ਦੇ ਕੇ ਤੋੜ ਦਿੱਤਾ। ਕਹਿਣ ਲੱਗੇ ਜਾ ਜੈਤਿਆ, ਤੇਰੇ ਤੋਂ ਬਿਨਾਂ ਕੋਈ ਸੂਰਮਾ ਬਹਾਦਰ ਇੱਥੇ ਨਜ਼ਰ ਨਹੀਂ ਆਉਂਦਾ ਕਿ ਪਿਤਾ ਜੀ ਦਾ ਸੀਸ ਲੈ ਕੇ ਆਵੇ ਤੇ ਧੜ ਦੀ ਸੰਭਾਲ ਕਰਕੇ ਆਵੇ। ਅਖੀਰ ਪਾਤਸ਼ਾਹ ਜੀ ਤੋੜ ਦਿੱਤਾ ਭਾਈ ਜੈਤਾ ਜੀ ਨੂੰ। ਜਦੋਂ ਤੋੜ ਦਿੱਤਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਪਹੁੰਚੇ। ਗੁਰੂ ਪਿਤਾ ਜੀ ਨੂੰ ਆਪਣੇ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਦਾ ਹਾਲ ਦੱਸਿਆ, ਪਟਨੇ ਅਨੰਦਪੁਰ ਸਾਹਿਬ ਦੀ ਧਰਤੀ ਦਾ ਹਾਲ ਦੱਸਿਆ। ਗੁਰੂ ਪਾਤਸ਼ਾਹ ਜੀ ਨੇ ਜਦੋਂ ਸੁਣਿਆ ਤੇ ਸਤਿਗੁਰੂ ਜੀ ਦੇ ਹੁਕਮ ਲਾਗੂ ਹੋ ਗਿਆ ਕਿ ਕੱਲ ਨੂੰ 11 ਨਵੰਬਰ 1675 ਨੂੰ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਢਲਦੀ ਦੁਪਹਿਰ ਤੋਂ ਲੁੱਘਦੇ ਵੇਲੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਜਾਣਾ ਹੈ। ਐਲਾਨ ਹੋ ਗਿਆ। ਦਿੱਲੀ ਦੀਆਂ तमाम ਸਿੱਖ ਸੰਗਤਾਂ, ਇੱਕ ਸਰੋਤ ਮਿਲਦਾ, ਕਹਿਣ ਲੱਗੇ ਦਿੱਲੀ ਦੀਆਂ ਸਿੱਖ ਸੰਗਤਾਂ ਨੇ ਪੈਸਾ ਇਕੱਠਾ ਕੀਤਾ ਕਿ ਆਪਾਂ ਪੈਸਾ ਦੇ ਕੇ ਗੁਰੂ ਸਾਹਿਬ ਜੀ ਨੂੰ ਛੁਡਾ ਲਈਏ। ਜਦੋਂ ਬਹੁਤ ਸਾਰਾ ਪੈਸਾ ਇਕੱਠਾ ਕਰਕੇ ਮੰਗ ਕੀਤੀ, ਗੁਰੂ ਪਾਤਸ਼ਾਹ ਕਹਿਣ ਲੱਗੇ ਬਿਲਕੁਲ ਨਹੀਂ, ਅਸੀਂ ਆਏ ਹਾਂ ਸ਼ਹਾਦਤ ਦੇਣ ਵਾਸਤੇ।
शहादत दे के जाना, साडी जान वास्ते पैसा दे के भीख नहीं मंगनी, कुर्बान होने वास्ते आए हैं, शहीदी देने वास्ते आए हैं, कौम दे विच नवीं अणख ते नवीं जुर्त पैदा करने वास्ते शहीद होना है, कोई खेड नहीं है। नवा जीवन कौम नूं देना है। जदों अगले दिन का ढंडोरा पिटिया गया, सिख संगतां होर तमाम दिल्ली दीयां संगतां जिहड़ियां सन वो दिल्ली चांदनी चौक कोतवाली दे कोल इकट्ठर होईयां ने, इकट्ठ होया है। उत्थे अज भी गुरु पातशाह महाराज जिस स्थान ते इशनान कीता, जोड़ा घर विच जाओगे ते थल्ले खूह अगवाई भरदा है, बोड़ दा पिपल दा दरख्त सीगा उत्थे, अज भी वो अगवाई भरदा, उहदा मुੱਢ तुहानूं अज भी नज़र आ जाएगा। उत्थों इशनान कीता पातशाह जी ने, कहण लगे जलाद नूं, कहण लगे जदों असीं अपने मालक नूं याद कर लईए, जप बाणी दा पाठ कर लईए, उस तो बाद तूं अपना कर्म करना है। गुरु पातशाह महाराज जी अपना कर्म करके जदों विਉਂਤ बनदी है ते उदों विਉਂਤ की बनदी है, सब तो पहला भाई कल्याणे की धर्मशाला दे विच सलाह मशवरा हुंदा है। गुरु पिता की अज शहादत होनी है, शीश ते धड़ दी। सत्कारयोग भाई साहब जी ने एक जिक्र किया लक्की शाह बनजारे का, मैं बड़ी बार स्टेजां दे उत्ते कह चुके हैं कि उत्थे लक्की शाह बनजारे का कोई घर नहीं है। माफ करिया जे स्रोत तुहाडे कोल नहीं है, जे कहोगे तो पढ़ सकते हो लैके साडे कोल पुरातन स्रोत जिहड़ा लक्की शाह बनजारे का इतिहास आउंदा है पंथ प्रकाश दे विच, वो 199 साल बाद आउंदा है। जिहड़ी गल असीं तुहाडे नाल साझी करदे हां वो गुरु साहब जी दे 11 साल बाद आउंदा है। 1708 तो 11 साल बाद जिहड़े उन्हां दे समकाली कवि, जिहड़े उत्तराधिकारी कवि ने, ये उन्हां दे स्रोत मैं तुहाडे नाल साझ करने ने, क्योंकि पता है सत्कारयोग बच्चों ने मेरा ख्याल लाइव भी चलन दिया, मीडिया से भी गल जानी है। गुरु पातशाह महाराज, खैर मैं उस गल वल वधा, गल की हुई गुरु पातशाह महाराज जी नूं जदों इस गल का पता लगा शहादत होनी है, बाबा जी बाबा जीवन सिंह जी, भाई उदय जी जिहड़े ने अते सत्कारयोग शिव नारायण पंडित, अब्दुल्ला दरोगा, शिव माफ करना जे औरंगजेब की पुत्री, इन्हां दी विਉਂਤਬੰਦੀ शीश चुकना ते धड़ दा संस्कार करना। ये एवें नहीं, एवें कोई कह दे कि धड़ चुक के संस्कार करता वो गड्ढे लंघे, वो आ होया वो जी होया। इतिहास के विच मिथਿਆਸ ना पाइए, रल गड्ढ ना करिए, ये साडी बेनती है। जो सच है, जे आपां गुरु की हजूरी च बह के सच नहीं बोल सकते ना, तो फिर आपां गुरु तो बेमुख हो जावांगे। ये वेख लैणा, फिर गुरु साहब कहते बेमुख होए राम ते लगन जन्म विजोग, फिर मैं कौड़े होएगे जितने माया भोग। किते एवें ना हो जाए साडे नाल, किते एवें ना बीत जाए कि गुरु की हजूरी च बह के भी झूठ बोलीए। शाबाश है उन्होंने, मैं बहादुर गिणदा उन्होंने जिहड़े गुरु की गोद च बह के भी लुका के गल करते हैं, पर गुरु पिता ने तो कोई लुका के गल नहीं की, अपनी गोद च बिठाया, गोद का निघ दिता। माता नानकी जी, बेबे माता गुजर कौर जी, सत्कारयोग मामा कृपाल चंद जी, धन गुरु तेग बहादुर साहब जी, जो सारा कुछ सामने कर दिता है, फिर सानू की इजाजत है आप झूठ बोलीए? नहीं बोल सकते। खैर ਵਿਉਂਤਬੰਦੀ की गई। धन गुरु तेग बहादुर पातशाह महाराज लौटे पैर तो बाद सतगुरु जी के शीश के उत्ते जलाल जलालुद्दीन नूं हुक्म होया कि इन्हां नूं कतल कर दिता जाए, क्योंकि उन्हां दा बोल है, साडा बोल है कि पातशाह जी नूं शहीद कर दिता। ये उन्हां दे कहण दे मुताबिक सख्त पहरा है, 10 लाख फौजां दा पहरा है। ते हुक्म होया कि गुरु साहब जी की शहादत हुई। जदों शहादत हुई तो तमाम दुनिया दीयां जिन्नियां दिल्ली दीयां संगतां, बाहर दीयां संगतां ने भीड़ां लगियां पईयां सन, ते दिल्ली दे सिख उस वक्त भेष बदल के सिੱਖੀ स्वरूप च नहीं सन। दिल रो रहा सी, अखां चों पानी भी नहीं दिखता सी। इन्नी दहशत पाई हुई सी औरंगजेब ने, ते ऐलान कर दिता कि जेड़ा इन्हां दे शीश नूं, जेड़ा इन्हां दे धड़ नूं चुकण दी जुरत करदा है, जेड़ा हिम्मत करदा है, उन्हां नूं भी कतल कर दिता जाऊगा, उन्हां दे परिवार नूं कतल कर दिता जाऊगा। ये ऐलान सी औरंगजेब दा। ते दिन चढ़दे नाल धन गुरु तेग बहादुर साहब जी के शरीर के टुकड़े करके दिल्ली के 4 दरवाजियां से टंग दिते जाणगे, अगे तो कोई जुरत ना करे। जदों शहादत हो गई, शाम का समा होया, समा जिहड़ा सीगा अपनी चाल दे नाल चलदा गया। रात पई,
ਸਤਿਕਾਰਯੋਗ ਭਾਈ ਜੈਤਾ ਜੀ, ਕਿਉਂਕਿ ਉਦੋਂ ਭਾਈ ਜੈਤਾ ਹੀ ਹੈ, ਜੀਵਨ ਸਿੰਘ ਤੇ ਗੁਰੂ ਪਾਤਸ਼ਾਹ ਜੀ ਦੇ ਕੋਲ ਅੰਮ੍ਰਿਤ ਦੀ ਦਾਤ ਲੈਣੀ ਹੈ। ਭਾਈ ਜੈਤਾ ਜੀ, ਸਤਿਕਾਰਯੋਗ ਉਹਨਾਂ ਦੇ ਤਾਇਆ ਆਗਿਆ ਰਾਮ ਜੀ, ਸਤਿਕਾਰਯੋਗ ਸ਼ਿਵ ਨਾਰਾਇਣ ਪੰਡਤ ਜੀ, ਅਬਦੁੱਲਾ ਦਰੋਗਾ ਜੀ ਤੇ ਉਹਨਾਂ ਦੀ ਔਰੰਗਜ਼ੇਬ ਦੀ ਪੁੱਤਰੀ, ਜਿਹੜੀ ਬਹੁਤ ਪਿਆਰ ਕਰਦੀ ਸੀ, ਕਿਉਂਕਿ ਪਤਾ ਉਹਨੂੰ ਇਹ ਵੀ ਹੈ ਕਿ ਮੇਰੇ ਪਿਤਾ ਨੇ ਮੈਨੂੰ ਵੀ ਮਾਰ ਦੇਣਾ ਹੈ, ਅਬਦੁੱਲਾ ਦਰੋਗਾ ਨੂੰ ਪਤਾ ਮੈਨੂੰ ਮਾਰ ਦੇਣਾ ਹੈ, ਸ਼ਿਵ ਨਾਰਾਇਣ ਪੰਡਤ ਨੂੰ ਪਤਾ ਮੈਨੂੰ ਵੀ ਮਾਰ ਦੇਣਾ ਹੈ। ਕਿਉਂਕਿ ਜਦੋਂ ਬਾਗੀ ਹੋ ਜਾਈਏ ਕਿਸੇ ਤੋਂ ਤਾਂ ਫਿਰ ਇਹ ਅਸਰ ਹੁੰਦਾ ਹੈ। ਨਾਲੇ ਉਹਦਾ ਐਲਾਨ ਹੈ, ਜਦੋਂ ਵਿਉਂਤਬੰਦੀ ਹੋਈ, ਰਾਤ ਦਾ ਸਮਾਂ ਹੋਇਆ, ਘੋੜੇ ਦੇ ਉੱਤੇ ਪਾਤਸ਼ਾਹ ਜੀ ਦਾ 9 ਵਜੇ ਤੋਂ ਸਮਾਂ ਜਿਹੜਾ ਉੱਪਰਦਾ ਹੋ ਗਿਆ, ਅੰਮ੍ਰਿਤ ਵੇਲਾ ਹੋਣ ਲੱਗਿਆ ਤੇ ਭਾਈ ਜੈਤਾ ਜੀ ਆਪਣੇ ਤਾਇਆ ਜੀ ਨੂੰ ਕਹਿਣ ਲੱਗੇ ਪਿਤਾ ਜੀ, ਤਾਇਆ ਜੀ ਕਹਿਣ ਲੱਗੇ ਹੁਣ ਮੈਨੂੰ ਅਨੰਦਪੁਰ ਸਾਹਿਬ ਦੇ ਰਾਹ ਤੋਰ ਦਿਓ, ਮੈਂ ਹੁਣ ਸੀਸ ਜਿਹੜਾ ਹੈ ਗੁਰੂ ਪਿਤਾ ਦਾ ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਤੱਕ ਪਹੁੰਚਾਉਣਾ ਹੈ। ਸਾਹਿਬ ਜੀ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ, ਅਰਦਾਸ ਕਰਕੇ ਭਾਈ ਜੈਤਾ ਜੀ ਚੱਲੇ ਨੇ। ਰਕਾਬਗੰਜ ਤੋਂ ਦਿੱਲੀ ਚਾਂਦਨੀ ਚੌਂਕ ਤੋਂ ਰਕਾਬਗੰਜ 12 ਕਿਲੋਮੀਟਰ ਦੂਰ ਹੈ ਤੇ ਅਗਲਾ ਪੜਾਅ ਜਿਹੜਾ ਸੀਗਾ ਬਾਗਪਤ ਦਾ 40 ਕਿਲੋ ਹੈ। ਮੈਂ ਅੱਗੇ ਵੀ ਜ਼ਿਕਰ ਕਰ ਗਿਆ ਕਿ ਇਹ ਜਿਹੜੇ 5 ਪੜਾਅ ਬਾਬਾ ਜੀ ਨੇ ਕੀਤੇ ਨੇ, 5 ਪੜਾਅ ਦੇ ਵਿੱਚ 322 ਕਿਲੋਮੀਟਰ ਦਾ ਸਫ਼ਰ ਬਣਦਾ ਹੈ। ਪਾਤਸ਼ਾਹ ਜੀ ਦਾ ਸੀਸ ਲੈ ਕੇ 5ਵੇਂ ਪੜਾਅ ਜਿਹੜਾ ਉਹ ਕੀਰਤਪੁਰ ਸਾਹਿਬ ਦਾ ਕੀਤਾ। ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਕੇ ਬਾਬਾ ਜੀ ਨੇ ਸੀਸ ਰੱਖਿਆ, ਸਿੱਖ ਸੰਗਤਾਂ ਨੂੰ ਆਣ ਕੇ ਦੱਸਣਾ ਕੀਤਾ ਹੈ ਤੇ ਸੁਨੇਹਾ ਭੇਜਿਆ ਗਿਆ ਗੁਰੂ ਪਿਤਾ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ। ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕਰਕੇ ਸਿੱਖ ਸੰਗਤਾਂ ਨੂੰ ਪਤਾ ਲੱਗਾ ਹੈ, ਮਾਤਾ ਗੁਜਰ ਕੌਰ ਜੀ, ਮਾਤਾ ਨਾਨਕੀ ਜੀ, ਗੁਰੂ ਪਿਤਾ ਜੀ ਗੋਬਿੰਦ ਰਾਏ ਜੀ, ਸਾਰੀਆਂ ਸਿੱਖ ਸੰਗਤਾਂ ਛੈਣੇ ਵਜਾਉਂਦੀਆਂ, ਢੋਲਕ ਵਜਾਉਂਦੀਆਂ, ਬਹਿਬਾਨ ਤਿਆਰ ਕੀਤਾ ਹੋਇਆ ਹੈ। ਗੁਰੂ ਪਾਤਸ਼ਾਹ ਜੀ ਦਾ ਸੀਸ ਲੈ ਕੇ ਆਉਣਾ ਹੈ। ਸੀਸ ਲੈ ਕੇ ਪਾਤਸ਼ਾਹ ਜੀ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕੀਰਤਪੁਰ ਸਾਹਿਬ ਪਹੁੰਚੇ। ਸੀਸ ਬਿਰਾਜਮਾਨ ਕੀਤਾ ਹੈ। ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੀਆਂ ਸਿੱਖ ਸੰਗਤਾਂ। ਜਦੋਂ ਪਹੁੰਚੇ ਨੇ, ਉੱਥੇ ਆਣ ਕਰਕੇ ਸੋਹਣਾ ਸਤਿਕਾਰ ਦੇ ਨਾਲ ਗੁਰੂ ਪਿਤਾ ਦੇ ਸੀਸ ਦਾ ਇਸ਼ਨਾਨ ਕਰਾਇਆ ਗਿਆ, ਜਿੱਥੇ ਅੱਜ ਸੀਸਗੰਜ ਗੁਰਦੁਆਰਾ ਸਾਹਿਬ ਆ। ਵੇਖੋ ਗੁਰੂ ਪਿਤਾ ਦਾ ਇੱਕ ਨਹੀਂ 3 ਸਥਾਨ ਨੇ, ਇੱਕ ਜਿੱਥੇ ਸੀਸ ਦਾ ਸੰਸਕਾਰ ਹੋਣਾ ਹੈ, ਇੱਕ ਜਿੱਥੇ ਸ਼ਹਾਦਤ ਹੋਈ ਹੈ, ਇੱਕ ਜਿੱਥੇ ਧੜ ਦਾ ਸੰਸਕਾਰ ਹੋਇਆ। 3 ਸਥਾਨ ਬਾਕੀ ਦਿਆਂ ਦੀ ਨਹੀਂ ਗੱਲਾਂ ਕਰਦੇ ਆਪਾਂ, ਜਿਨ੍ਹਾਂ ਦੇ ਉੱਤੇ ਉਹਨਾਂ ਦੇ ਪਾਵਨ ਪਵਿੱਤਰ ਚਰਨ ਪਏ। ਸ਼ਹਾਦਤ ਵਾਲੇ ਸੀਸ ਦਾ ਸੰਸਕਾਰ ਕੀਤਾ ਗਿਆ। ਗੁਰੂ ਪਾਤਸ਼ਾਹ ਜੀ ਨੇ ਸੰਸਕਾਰ ਕਰਕੇ ਦੁਸਹਿਰਾ ਮਨਾਇਆ, ਜਿਹਨੂੰ ਆਪਾਂ 10ਵੀਂ ਕਹਿ ਦਿੰਦੇ। ਦੀਵਾਨ ਸਜਾਏ ਗਏ, ਸਿੱਖ ਸੰਗਤਾਂ ਇਕੱਤਰ ਹੋਈਆਂ, ਦੁਨੀਆ ਤੋਂ ਦੂਰ ਦਰੇਡਿਆਂ ਤੇ ਹੁਕਮਨਾਮੇ ਭੇਜੇ ਗਏ। ਰਾਜਾ ਰਤਨ ਰਾਏ ਆਇਆ ਅਸ਼ਾਮ ਦੀ ਧਰਤੀ ਤੋਂ, 5 ਘੋੜੇ, 5 ਕਲਾ ਸ਼ਾਸਤਰ, ਪਸ਼ਮੀਨੇ ਦੀ ਚਾਨਣੀ, ਚੰਦਨ ਦੀ ਚੌਂਕੀ, ਪ੍ਰਸ਼ਾਦੀ ਹਾਥੀ, ਬਹੁਤ ਸਾਰਾ ਧਨ ਦੇ ਪਦਾਰਥ ਲੈ ਕੇ ਆਇਆ ਗੁਰੂ ਸਾਹਿਬ ਦੇ ਚਰਨਾਂ ਵਿੱਚ। ਕਮਾਲ ਦੀਆਂ ਵਸਤੂਆਂ ਸੀ। ਹੋਰ ਸਿੱਖ ਸੰਗਤਾਂ ਆਈਆਂ, ਨਜ਼ਰਾਨੇ ਲੈ ਕੇ ਆਏ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀਵਾਨ ਵਿੱਚ ਬੈਠੇ, ਦੀਵਾਨ ਦੀ ਸਮਾਪਤੀ ਹੋਈ। ਭਾਈ ਜੈਤਾ ਜੀ ਨੂੰ ਬੁਲਾ ਲਿਆ ਗੁਰੂ ਪਿਤਾ ਨੇ। ਜਿਹੜੀਆਂ ਸਿੱਖ ਸੰਗਤਾਂ ਨੇ, ਬੜੇ ਸਾਰੇ ਅਨੰਦ ਸਿੱਖ ਸੀ ਜੋ ਉਹਦੇ ਵਿੱਚ, ਕਿਸੇ ਵੱਲ ਧਿਆਨ ਨਹੀਂ ਗਿਆ ਗੁਰੂ ਸਾਹਿਬ ਜੀ ਦਾ। ਸੋਚਿਓ ਜਰਾ, ਬਾਬਾ ਜੀ ਨੂੰ ਕਿਉਂ ਬੁਲਾਇਆ? ਗੁਰੂ ਪਾਤਸ਼ਾਹ ਜੀ ਆਪਣੇ ਤਖਤ ਦੇ ਕੋਲ ਭਾਈ ਜੈਤਾ ਜੀ ਨੂੰ ਬੁਲਾਇਆ ਦੀਵਾਨ ਦੇ ਵਿੱਚੋਂ। ਕਿਉਂ ਬੁਲਾਇਆ? ਕਹਿਣ ਲੱਗੇ ਆਓ, ਕਹਿਣ ਲੱਗੇ ਵੀ ਦੱਸੋ, ਜਦੋਂ ਗੁਰੂ ਪਿਤਾ ਦੀ ਸ਼ਹਾਦਤ ਹੋਈ ਸਿੱਖ ਸੰਗਤਾਂ ਦਿੱਲੀ ਵਿੱਚ ਕਿੰਨੀਆਂ ਸਨ? ਗੁਰੂ ਪਿਤਾ ਜੀ, ਸਿੱਖ ਸੰਗਤਾਂ ਬਹੁਤ ਸਨ, ਪਤਾ ਕੋਈ ਨਹੀਂ, ਭੇਸ ਬਦਲ ਕੇ ਖਲੋਤੀਆਂ ਸਨ। ਕਹਿੰਦੇ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਕਿਸੇ ਨੇ ਅਥਰੂ ਨਹੀਂ ਸੁੱਟਿਆ। ਭਾਈ ਜੈਤਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ, ਅੱਖਾਂ ਨੇ ਕੀ ਰੋਣਾ, ਦਿਲ ਰੋ ਰਿਹਾ ਸੀ। ਔਰੰਗਜ਼ੇਬ ਦੀ ਦਹਿਸ਼ਤ ਇੰਨੀ ਪਈ ਹੋਈ ਸੀ ਕਿ ਜਿਹੜਾ ਵੀ ਇਹੋ ਜਿਹਾ ਵੈਰਾਗ ਕਰਦਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਕਹਿਣ ਲੱਗੇ ਅੱਛਾ। ਘੁੱਟ ਕੇ ਗਲਵਕੜੀ 'ਚ ਲੈ ਲਿਆ, ਛਾਤੀ ਨਾਲ ਲਾ ਲਿਆ ਤੇ ਲਕਬ ਕੀ ਦਿੱਤਾ। ਅੱਜ ਆਪਾਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ, ਇਹ ਨਾ ਕਰੋ, ਇਹ ਨਾ ਕਹੋ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਘੁੱਟ ਕੇ ਛਾਤੀ ਨਾਲ ਲਾ ਕੇ ਗਲਵਕੜੀ 'ਚ ਲੈ ਕੇ, ਅੱਜ ਵੀ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਲੈਂਦੇ ਹੋ, ਚੱਪੀਆਂ ਪਾਉਂਦੇ ਹੋ, ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਬੇਟੇ, ਗੁਰੂ ਕੇ ਬੇਟੇ, ਆਪਣਾ ਪੁੱਤਰ ਨਹੀਂ ਕਿਹਾ
गुरु का बेटा सीगा, पुत्र सीगा गुरु का, ਜਿਹੜੀ ਇੰਨੀ ਬਹਾਦਰੀ ਕਰ ਗਿਆ ਜੇ ਕਿਤੇ ਹੋਗਾ ਹੁੰਦਾ ਤਾਂ ਸ਼ਾਇਦ ਭਾਵੇਂ ਨਾ ਹੀ ਕਰਦਾ ਹੋਰ ਵੀ ਬਹੁਤ ਸਾਰੇ ਕਰ ਜਦ ਆਪਣੇ ਚ ਰਹਿ ਕੇ ਵਾਦੇ ਦਿੱਤਾ, ਲੱਖੋਂ ਦੇ ਦਿੱਤਾ, ਅੱਜ ਬਹੁਤ ਪ੍ਰਚਲਿਤ ਹੋ ਗਿਆ ਦੁਨੀਆ ਦੇ ਵਿੱਚ। ਤੇ ਉਸ ਤੋਂ ਉਪਰੰਤ ਕੀ ਹੋਇਆ, ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਰੇ ਸੰਸਕਾਰ ਕੀਤੇ ਗਏ। ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਰੋਧੀਆਂ ਨੇ, ਭਾਈ ਰਾਜਿਆਂ ਨੇ, ਔਰੰਗਜ਼ੇਬ ਦੀਆਂ ਫੌਜਾਂ ਨੇ ਹੁਣ ਜਦੋਜਹਿਦ ਕਰਨੀ ਸ਼ੁਰੂ ਕਰ ਦਿੱਤੀ। ਕਹਿਣ ਲੱਗੇ ਇਹਨੂੰ ਸ਼ਹੀਦ ਕੀਤਾ, ਇਹ ਕੀਤਾ ਜਾਊਗਾ, ਇਹਦੇ ਕਹਾਣੀ ਬੜੀ ਖਰਾਬ ਹੋ ਗਈ। ਇਹਨਾਂ ਨੇ ਫੌਜਾਂ ਬਣਾ ਲਈਆਂ। 82 ਤੱਕ ਗੁਰੂ ਸਾਹਿਬ ਜੀ ਦੇ ਕੋਲ ਨਾ 80 ਤੱਕ ਗੁਰੂ ਸਾਹਿਬ ਜੀ ਦੇ ਕੋਲ ਪੂਰੀ ਫੌਜ ਤਿਆਰ ਹੋ ਚੁੱਕੀ। ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਐਨ ਸ਼ਸਤਰਾਂ ਵਾਲੇ ਸਿੰਘ, ਤਰ੍ਹਾਂ ਤਰ੍ਹਾਂ ਦਾ ਮਨੀਸ਼ਾ। ਗੁਰੂ ਸਾਹਿਬ ਜੀ ਨੇ 5-6 ਕਿਲੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਣਾ ਦਿੱਤੇ। ਜਿਹੜਾ ਮੇਨ ਕਿਲਾ ਆਨੰਦਗੜ੍ਹ ਦਾ ਕਿਲਾ ਬਣਾਇਆ, ਜਿੱਥੇ ਬਾਬਾ ਜੀ ਦਾ ਤਪ ਸਥਾਨ ਬਣਾਇਆ। ਹੁਣ ਤੁਸੀਂ ਤਪ ਸਥਾਨ ਦੇ ਦਰਸ਼ਨ ਵੀ ਕਰਦੇ ਹੋ ਤੇ ਆਨੰਦਗੜ੍ਹ ਦੇ ਵੀ ਕਰਦੇ ਹੋ। ਜਦੋਂ ਤਪ ਸਥਾਨ ਦੇ ਥੱਲੇ ਉਤਰਦੇ ਹੋ, ਆਨੰਦਗੜ੍ਹ ਦੇ ਕਿਲੇ ਦੇ ਵਿੱਚ ਥੱਲੇ ਉਤਰਦੇ ਹੋ, ਉਹਦੇ ਅੰਦਰ ਦੀ ਇੱਕ ਰਸਤਾ ਜਾਂਦਾ ਹੈ ਜਿਹਨੂੰ ਗੁਪਤ ਰਸਤਾ ਕਿਹਾ ਜਾਂਦਾ ਸੀ, ਜਿੱਥੇ ਸਿਰਫ ਤੇ ਸਿਰਫ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਗੁਰੂ ਦਾ ਪਰਿਵਾਰ ਰਹਿੰਦਾ ਸੀ ਤੇ ਬਾਬਾ ਜੈਤਾ ਜੀ ਆਪਣੇ ਤਪ ਸਥਾਨ ਵਿੱਚ ਰਹਿੰਦੇ ਸਨ। ਪਰਿਵਾਰ ਰਹਿੰਦਾ ਸੀ ਸਿਰਫ ਤੇ ਸਿਰਫ ਗੁਰੂ ਪਾਤਸ਼ਾਹ ਜੀ ਦੇ ਨਾਲ ਭਾਈ ਜੈਤਾ ਜੀ ਥੱਲੇ ਥੱਲੇ ਮਿਲਿਆ ਕਰਦੇ। ਕੋਈ ਦੂਜਾ ਸਿੰਘ ਨਹੀਂ ਜਾਂਦਾ ਸੀ, ਕੋਈ ਫੌਜਾਂ ਨਹੀਂ ਜਾਂਦੀਆਂ ਸੀ, ਥੱਲੇ ਮਿਸ਼ਨ ਹੁੰਦਾ ਸੀ। ਆਨੰਦਗੜ੍ਹ ਦੇ ਕਿਲੇ ਦੇ ਵਿੱਚ ਪਹਿਲਾ ਜਿਹੜਾ ਕਾਰੋਬਾਰ ਹੈ ਆਨੰਦਗੜ੍ਹ ਦਾ ਕਿਲੇ ਦਾ, ਪਹਿਲਾ ਜਰਨੈਲ ਜਿਹੜਾ ਸੀਗਾ ਬਾਬਾ ਜੀ ਨੂੰ ਆਪ ਦਿੱਤਾ ਗਿਆ। ਪਹਿਲਾ ਜਰਨੈਲ, ਫੌਜਾਂ ਦਾ ਜਰਨੈਲ, ਫੌਜਾਂ ਤਿਆਰ ਕਰਕੇ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਨੇ ਆਪ ਦਿੱਤਾ ਕਿ ਇਹ ਜਰਨੈਲ ਸਾਰੀਆਂ ਫੌਜਾਂ ਦਾ ਆਨੰਦਗੜ੍ਹ ਕਿਲੇ ਦਾ ਕਮਾਂਡਰ ਹੈ। ਆਨੰਦਗੜ੍ਹ ਕਿਲੇ ਦਾ ਜਿਹੜਾ ਕਮਾਂਡਰ ਹੈ ਭਾਈ ਜੈਤਾ ਜੀ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੋਸਤੀ ਦਾ ਐਲਾਨ ਕਰ ਦਿੱਤਾ ਕਿ ਸਾਡਾ ਸਲਾਹਕਾਰ ਹੈ। ਮੈਂ ਜ਼ਿਕਰ ਕੀਤਾ ਤੁਹਾਨੂੰ ਇੱਕ ਵਾਰ ਸਾਹਿਬ ਜੀ ਨੇ ਆਪਣਾ ਸਲਾਹਕਾਰ ਬਣਾਇਆ। ਕਿੰਨੀ ਪੂਰਨ ਦੇਸੀ ਹੋਵੇਗੀ ਬਾਬਾ ਜੀ ਦੀ, ਜਿਨ੍ਹਾਂ ਨੂੰ ਸਲਾਹਕਾਰ ਗੁਰੂ ਸਾਹਿਬ ਜੀ ਬਣਾ ਰਹੇ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਲਾਹਕਾਰ ਬਣਾਇਆ। ਅਨੰਦਪੁਰ ਸਾਹਿਬ ਦੀ ਧਰਤੀ ਤੇ ਹਮਲੇ ਹੋਣ ਲੱਗੇ। ਅਖੀਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ। ਗੁਰੂ ਪਰਿਵਾਰ ਦੇ ਕਹਿਣ ਤੇ ਮਾਤਾ ਰਾਣੀ ਜੀ, ਮਾਤਾ ਗੁਜਰ ਕੌਰ ਜੀ ਪੁੱਤਰ ਗੱਲ ਮੰਨਣੀ ਚਾਹੀਦੀ ਹੈ। ਪਹਿਲਾਂ ਦੀ ਗੱਲ, ਵੱਡੇ ਘੇਰੇ ਤੋਂ ਪਹਿਲਾਂ ਦੀ ਗੱਲ, ਗੁਰੂ ਸਾਹਿਬ ਜੀ ਨੇ ਅਨੰਦਪੁਰ ਛੱਡਿਆ। ਅਨੰਦਪੁਰ ਸਾਹਿਬ ਛੱਡ ਕੇ ਗੁਰੂ ਪਾਤਸ਼ਾਹ ਜੀ ਭੰਗਾਣੀ ਦੇ ਥਾਂ ਦੇ ਜਿੱਥੇ ਕੋਟਲਾ ਸਾਹਿਬ ਦੇ ਰਹੇ। ਭੰਗਾਣੀ ਜਿਹੜਾ ਪਹਿਲਾ ਦੁੱਧ ਹੁੰਦਾ, ਭੰਗਾਣੀ ਦਾ ਦੁੱਧ ਹੁੰਦਾ ਹੈ। ਉਸ ਦੁੱਧ ਦੇ ਵਿੱਚ ਸਤਿਗੁਰੂ ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਭੰਗਾਣੀ ਦੀ ਧਰਤੀ ਤੇ ਚਲ ਗਏ। ਪਰ ਦੁਸ਼ਮਣਾਂ ਨੇ, ਵੈਰੀਆਂ ਨੇ ਅਜੇ ਵੀ ਆਪਣਾ ਜਿਹੜਾ ਅੰਦਰ ਦਾ ਹੰਕਾਰ ਹੈ ਉਹਨੂੰ ਛੱਡਿਆ ਨਹੀਂ ਕਿ ਇਸ ਗੁਰੂ ਨੂੰ ਖਤਮ ਕੀਤਾ ਜਾਵੇ, ਜਾਂ ਫੌਜਾਂ ਨੂੰ ਖਤਮ ਕੀਤਾ ਜਾਵੇ। ਇਹ ਤੇ ਰਾਜ ਕਰੇਗਾ ਦੁਨੀਆ ਦੇ ਉੱਤੇ। ਤੇ ਗੁਰੂ ਸਾਹਿਬ ਜੀ ਜਦੋਂ ਆਪਾਂ ਬਚਨ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਜੀ ਕਹਿੰਦੀ ਹੈ ਬਾਦਸ਼ਾਹ ਦਰਵੇਸ਼, ਐਵੇਂ ਕੋਈ ਕਹਿ ਦਿੱਤਾ ਸਤਿਗੁਰੂ ਜੀ ਨੇ। ਇਸ ਕਰਕੇ ਜਿਹੜੇ ਵੱਡੇ ਵੱਡੇ ਜਵਾਨੇ ਸਨ ਉਹਨਾਂ ਨੂੰ ਇਹ ਭਾਸ਼ਾ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਚਾਰ ਸਪਾਹੇ ਲਿਖਿਆ ਤੇ ਫੌਜਾਂ ਕੱਢ ਗਈਆਂ। ਭਾਈ ਜੈਤਾ ਜੀ ਨੂੰ ਕੋਲ ਬੁਲਾਇਆ। ਕਹਿੰਦੇ ਨੇ ਕਵੀ ਕੰਕਣ ਬੜਾ ਪਿਆਰਾ ਲਿਖਦਾ, ਕਹਿੰਦੇ ਨਾ ਬਾਤ ਰਹਿ ਮਾਂ ਕਵੀ ਮਰਿਆਮ ਅਕੇਲਾ ਦੇ ਵਿੱਚ ਡਾਕਟਰ ਦਲਬੀਰ ਸਿੰਘ ਲਿਖਦਾ ਹੈ। ਕਹਿੰਦਾ ਜਦੋਂ ਸਤਿਗੁਰੂ ਜੀ ਨੇ ਵੇਖਿਆ ਨਾ ਕਿ ਭੰਗਾਣੀ ਰੜੇ ਥਾਂ ਦੇ ਉੱਤੇ ਫੌਜਾਂ ਕੱਢੀਆਂ ਨੇ, ਕੋਈ ਕਿਲਾ ਨਹੀਂ, ਕੋਈ ਘਰ ਨਹੀਂ ਵਧੀਆ, ਤੇ ਜਦੋਂ ਸਤਿਗੁਰੂ ਵੇਖਣ ਲੱਗੇ ਕਹਿੰਦੇ ਕਿ ਚਾਰ ਸਪਾਹੇ ਵੇਖਿਆ ਭਾਈ ਜੈਤਾ ਜੀ ਨੂੰ ਬੁਲਾਇਆ। ਕਹਿਣ ਲੱਗੇ ਜੈਤਾ ਜੀ, ਕਹਿੰਦੇ ਦੱਸੋ ਗੁਰੂ ਪਿਤਾ ਜੀ। ਕਹਿੰਦੇ ਤੱਕਿਆ ਦਰਦ ਸ਼ਵੇਸ਼ ਨੇ ਮੁਗਲਾਂ ਦਾ ਘੇਰਾ। ਕਹਿੰਦੇ ਕੋਲ ਬੁਲਾ ਕੇ ਆਖਿਆ ਸੁਣ ਬੱਬਰ ਸ਼ੇਰਾ। ਕਹਿੰਦੇ ਭਾਈ ਜੈਤਾ ਜੀ ਨੂੰ ਕੋਲ ਬੁਲਾ ਕੇ ਕਹਿਣ ਲੱਗਿਆ ਵੇਖ ਕੀ ਬਣਿਆ ਈ। ਕਹਿੰਦੇ ਕਿੱਡੀ ਦਲ ਚੜ ਕੇ ਆਇਆ ਤੇ ਕਹਿੰਦੇ ਕੀ ਕਰਨਾ। ਤੇ ਭਾਈ ਜੈਤਾ ਜੀ ਕਹਿਣ ਲੱਗੇ ਪਿਤਾ ਜੀ ਹੁਕਮ ਕਰੋ ਕੀ ਕਰਨਾ। ਕਹਿਣ ਲੱਗੇ ਗੁਰੂ ਪਾਤਸ਼ਾਹ ਕਹਿਣ ਲੱਗੇ ਖੰਡਾ ਫੜ ਲੈ ਸੂਰਿਆ ਤੇ ਕਰਦੇ ਬੇਰਾ ਬੇਰਾ।
ਬਾਬਾ ਜੈਤਾ ਜੀ ਨੂੰ ਹੁਕਮ ਲੈਣ ਦੀ ਦੇਰ ਸੀ। ਕਹਿਣ ਲੱਗੇ ਉੱਥੇ ਬੀਬੀ ਵੀਰੋ ਜੀ ਦੇ 5 ਪੁੱਤਰ, ਜਿਹੜੇ 500 ਪਠਾਨ ਭੇਜੇ ਪੀਰ ਬੁੱਧੂ ਸ਼ਾਹ ਨੇ, ਜਿਹੜੇ ਮੈਦਾਨ ਛੱਡ ਕੇ ਭਗਤ ਦੇ ਮੈਦਾਨ ਚੋਂ ਭੱਜੇ, ਉੱਥੇ ਕਿਰਪਾਲ ਦਾਸ, ਉੱਥੇ ਜਿਹੜਾ ਹਲਵਾਈ ਗਿਣਿਆ ਜਾਂਦਾ ਹੈ, ਉਹਦਾ ਨਾਮ ਵਿਸਰ ਗਿਆ, ਜਿਹਨੇ ਆਪਣੇ ਕੜਛੇ ਦੇ ਨਾਲ ਹਜ਼ਾਤ ਖਾਨ ਨੂੰ ਮਾਰਿਆ। ਇਹ ਸੂਰਮੇ ਲੜੇ ਨੇ। ਨਾ ਤੇ ਉਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਗੁਰੂ ਸਾਹਿਬ ਜੀ ਨੇ, ਨਾ ਹੀ ਬਹੁਤੀਆਂ ਵੱਡੀਆਂ ਫੌਜਾਂ ਸਨ। ਛੋਟੀ ਜੀ ਫੌਜ ਸੀਗੀ, 500 ਦਾ ਜਥਾ। ਗੁਰੂ ਸਾਹਿਬ ਜੀ ਦੇ ਕੋਲ 500 ਦਾ ਜਥਾ ਸੀ ਸਿੰਘਾਂ ਦਾ। ਤੇ ਇੰਨਾ ਵੱਡਾ ਯੁੱਧ ਜਦੋਂ ਬਾਬਾ ਜੈਤਾ ਜੀ ਨੂੰ ਭੇਜਿਆ, ਥਾਪੀ ਦੇ ਕੇ ਤੋੜ ਦਿੱਤਾ ਹੈ। ਕਹਿਣ ਲੱਗੇ ਤੋੜ ਦਿੱਤਾ, ਸਾਰੇ ਪਾਸੇ ਤਬਾਹੀ ਮਚ ਗਈ। ਤੇ ਉੱਥੇ ਇੱਕ ਜ਼ਿਕਰ ਆਉਂਦਾ ਕਿ ਮਾਤਾ ਪ੍ਰੇਮੋ ਜੀ ਨੇ ਉਸ ਜੰਗ ਦੇ ਵਿੱਚ ਹਿੱਸਾ ਲਿਆ। ਭੰਗਾਣੀ ਦੀ ਯੁੱਧ ਵਿੱਚ ਮਾਤਾ ਪ੍ਰੇਮੋ ਜੀ ਨੇ ਆਪ ਲੜਿਆ ਉਹ ਯੁੱਧ। ਜਦੋਂ ਇਸ ਯੁੱਧ ਦੀ ਜਿੱਤ ਪ੍ਰਾਪਤ ਹੋਈ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸਿੱਖ ਸੰਗਤਾਂ ਆਈਆਂ, ਵਧਾਈਆਂ ਮਿਲਣ ਲੱਗੀਆਂ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵਧਾਈਆਂ ਮਿਲਣ ਲੱਗੀਆਂ। ਜੰਗ ਫਤਿਹ ਹੋ ਗਈ। ਜਦੋਂ ਜੰਗ ਫਤਿਹ ਹੋ ਗਈ ਤੇ ਸਤਿਕਾਰਯੋਗ ਮਾਤਾ ਪ੍ਰੇਮੋ ਜੀ ਆਣ ਕੇ ਬੈਠੇ ਗੁਰੂ ਪਾਤਸ਼ਾਹ ਜੀ ਦੇ ਕੋਲ। ਕਹਿਣ ਲੱਗੇ, ਮਾਤਾ ਪ੍ਰੇਮੋ ਜੀ ਦੱਸੋ, ਮੰਗ ਲਓ ਕੁਝ, ਤੁਸੀਂ ਕੀ ਮੰਗਣਾ ਜੀ? ਕਹਿਣ ਲੱਗੇ, ਗੁਰੂ ਪਿਤਾ ਜੀ ਮੰਗਣਾ ਕੀ ਹੈ? ਕਹਿਣ ਲੱਗੇ, ਹੁਣ ਮਨ ਦੇ ਅੰਦਰ ਚਾਹ ਭਾਈ ਜੈਤੇ ਦਾ ਵਿਆਹ ਕਰ ਦਿਓ। ਉਹ ਭੰਗਾਣੀ ਦੀ ਯੁੱਧ ਤੋਂ ਬਾਅਦ, ਭੰਗਾਣੀ ਦੀ ਯੁੱਧ ਸਰ ਕੀਤੀ, ਜੰਗ ਜਿੱਤਿਆ ਗਿਆ। ਤੇ ਮਾਤਾ ਪ੍ਰੇਮੋ ਜੀ ਨੂੰ ਪੁੱਛ ਲਿਆ ਬਾਬਾ ਜੀ ਨੂੰ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵੀ ਦੱਸੋ ਕੀ ਮੰਗਦੇ ਹੋ? ਕਹਿਣ ਲੱਗੇ, ਕੁਝ ਵੀ ਨਹੀਂ ਮੰਗਦੇ, ਭਾਈ ਜੈਤੇ ਦਾ ਵਿਆਹ ਕਰ ਦਿਓ, ਮੈਂ ਵੀ ਚਾਅ ਭਲਾ ਕਰ ਲਵਾਂਗਾ। ਗੁਰੂ ਪਾਤਸ਼ਾਹ ਜੀ ਨੇ ਉਸੇ ਯੁੱਧ ਦੇ ਦੀਵਾਨ ਦੇ ਵਿੱਚ ਐਲਾਨ ਕਰ ਦਿੱਤਾ ਵੀ ਕੋਈ ਗੁਰੂ ਦਾ ਸਿੱਖ ਹੈਗਾ ਜਿਹੜਾ ਆਪਣੀ ਧੀ ਦਾ ਰਿਸ਼ਤਾ ਭਾਈ ਜੈਤਾ ਜੀ ਨੂੰ ਕਰ ਦੇ। ਕਹਿਣ ਲੱਗੇ, ਜਦੋਂ ਵੇਖਿਆ, ਹੁਣ ਮਾਫ ਕਰਿਆ ਜੇ ਇੱਥੇ ਪੱਟੀ ਦੇ ਰਹਿਣ ਵਾਲੇ ਖੁਦਾਨ ਸਿੰਘ ਜੀ ਬਰਾੜ ਬਰਾਦਰੀ ਦੇ ਵਿੱਚੋਂ ਜਿਹੜੇ ਜ਼ਿਮੀਂਦਾਰ ਘਰਾਣੇ ਦੇ ਨਾਲ ਸੰਬੰਧ ਰੱਖਦੇ ਨੇ, ਗਲ ਵਿੱਚ ਪਾ ਕੇ ਪੱਲਾ ਸਤਿਗੁਰ ਦੇ ਚਰਨਾਂ 'ਚ ਆ ਗਏ। ਸੱਚੇ ਪਾਤਸ਼ਾਹ, ਮੇਰੀ ਪੁੱਤਰੀ ਰਾਜ ਕੌਰ ਜਿਹੜੀ ਏ ਉਹ ਵਿਆਹ ਦੇ ਲਾਇਕ ਹੈ, ਮੈਂ ਭਾਈ ਜੈਤਾ ਜੀ ਨੂੰ ਆਪਣੀ ਪੁੱਤਰੀ ਦਾ ਰਿਸ਼ਤਾ ਕਰਦਾ, ਪ੍ਰਵਾਨ ਕਰੋ। ਗੁਰੂ ਸਾਹਿਬ ਜੀ ਨੇ ਉੱਥੇ ਪ੍ਰਵਾਨ ਕਰ ਲਿਆ। ਅਗਲਾ ਯੁੱਧ ਜਿਹੜਾ ਸੀਗਾ ਉਹ 1691 ਦਾ ਸੀਗਾ, ਨਦੌਣ ਦਾ ਯੁੱਧ ਸੀਗਾ, ਹੁਸੈਨੀ ਦਾ ਯੁੱਧ ਜਿਹਨੂੰ ਕਹਿ ਦਿੰਦੇ ਆ। ਬੜਾ ਖੂੰਖਾਰ ਜਰਨੈਲ ਸੀਗਾ ਹੁਸੈਨੀ ਦੇ ਜੰਗ ਦਾ, ਹੁਸੈਨੀ ਨਾਮ ਹੈ ਉਹਦਾ, ਖੂੰਖਾਰ ਜਰਨੈਲ ਦਾ। ਲੋਕ ਤਰਬਕਦੇ ਸਨ, ਪਰ ਜਦੋਂ ਇਹ ਜੰਗ ਹੋਇਆ ਬਜਰੂੜ ਦਾ, ਹੁਸੈਨੀ ਦਾ, ਤੇ ਕਹਿਣ ਲੱਗੇ ਭਾਈ ਜੈਤਾ ਜੀ ਨੇ ਇਹੋ ਜਿਹੇ ਇਹ ਜਿਹੜੇ ਜਰਨੈਲ, ਜਿਹੜੇ ਖੂੰਖਾਰ ਜਰਨੈਲ ਸੋਧੇ ਤੇ ਗੁਰੂ ਪਾਤਸ਼ਾਹ ਜੀ ਦੀਆਂ ਜਿੱਤਾਂ ਪ੍ਰਾਪਤ ਕੀਤੀਆਂ। ਜਿਹੜੀਆਂ 14 ਦੀਆਂ 14 ਜੰਗਾਂ ਨੇ, ਛੋਟੀਆਂ ਜੰਗਾਂ ਨੇ, ਜਿਹੜੀਆਂ ਮੁੱਖ ਜੰਗਾਂ ਨੇ, ਉਹਨਾਂ ਵਿੱਚ ਬਾਬਾ ਜੈਤਾ ਜੀ ਨੇ ਆਪ ਤਨਦੇਹੀ ਦੇ ਨਾਲ ਲੜੇ ਨੇ। ਆਖਰੀ ਜੰਗ ਦੇ ਵਿੱਚ 23 ਦਸੰਬਰ 1604 ਨੂੰ ਬਾਬਾ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਅੱਜ ਆਪਾਂ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਗੁਰੂ ਪਾਤਸ਼ਾਹ ਕਿਰਪਾ ਕਰਨ, ਆਪ ਸਾਰੀਆਂ ਸੰਗਤਾਂ ਵਧਾਈ ਦੇ ਪਾਤਰ ਹੋ। ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਂਦੇ ਹੋ। ਸ਼ਹੀਦੀ ਦਿਹਾੜੇ ਵੀ ਮਨਾਏ ਜਾਂਦੇ ਨੇ, ਤੁਸੀਂ ਧੰਨਤਾ ਦੇ ਯੋਗ ਹੋ। ਤੇ ਪਰ ਬਣ ਜੋ ਰੰਗਰੇਟੇ, ਬਾਬਾ ਜੀ ਦੀ ਗੱਲ ਵੀ ਮੰਨ ਲਈਏ, ਗੁਰੂ ਸਾਹਿਬ ਜੀ ਦੀ ਵੀ ਗੱਲ ਮੰਨ ਲਈਏ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਤ ਹੈ ਸੂਰਾ ਆਤਮ ਜਿਹੜੇ ਸਗਲ ਵਸਤਾਂ ਕੇ ਜਾਂਤਾ ਸਤਿਗੁਰੂ ਦਾ। ਇਹੋ ਜਿਹਾ ਗੁਰੂ ਪੂਰਾ ਗੁਰੂ ਨਹੀਂ ਜੇ ਮਿਲਣਾ। ਮੈਂ ਇੱਕ ਗੱਲ ਕਰਦੇ ਹਾਂ, ਔਰੰਗਜ਼ੇਬ ਤਲਵਾਰ ਦੇ ਨਾਲ ਇੰਨਾ ਜ਼ਬਰ ਤੇ ਜ਼ੁਲਮ ਕੀਤਾ ਹੈ, ਉਹਨੇ ਆਪਣੀ ਟੋਪੀ ਪਵਾਈ। ਪਰ ਅੱਜ ਮੈਨੂੰ ਵੇਖਣ ਨੂੰ ਮਿਲਦਾ, ਅੱਜ ਸਾਡੇ ਸੰਸਾਰ ਵਿੱਚ ਸਾਡੇ ਬੱਚਿਆਂ ਨੂੰ ਤਲਵਾਰ ਦੀ ਵੀ ਲੋੜ ਨਹੀਂ। ਆਪਣੇ ਆਪ ਨਾਈ ਦੇ ਕੋਲ ਜਾਂਦੇ ਨੇ, ਕੇਸ ਕਤਲ ਕਰਾਉਂਦੇ ਨੇ, ਤੇ ਤਰ੍ਹਾਂ ਤਰ੍ਹਾਂ ਦੀਆਂ ਟੋਪੀਆਂ। ਜੇ ਤਰ੍ਹਾਂ ਤਰ੍ਹਾਂ ਦੀਆਂ ਟੋਪੀਆਂ ਪਾਉਣੇ ਆ ਤੇ ਫਿਰ ਰੰਗਰੇਟੇ ਨਹੀਂ ਅਖਵਾ ਸਕਦੇ। ਤੁਸੀਂ ਰੰਗਰੇਟੇ ਨਹੀਂ ਹੋ। ਗੁਰੂ ਸਾਹਿਬ ਜੀ ਨੇ ਤੁਹਾਨੂੰ 2 ਲੱਖ ਦਿੱਤੇ ਨੇ। ਮੈਂ ਕਹਿ ਕੇ ਸਮਾਪਤੀ ਕਰ ਦੇਣੀ, ਹੁਕਮ ਹੋ ਗਿਆ। ਹਮ ਹੈ ਮਜਬੀ ਮਜਬ ਹਮਾਰਾ, ਹਿੰਦੂ ਤੁਰਕ ਦੂੰ ਤੇ ਨਿਆਰਾ। ਜਿਹੜੇ ਲੋਕ ਇਸ ਲਫ਼ਜ਼ ਨੂੰ ਮਜਬੀ ਜਾਤ ਨਾਲ ਜੋੜਦੇ ਨੇ, ਉਹ ਆਪਣੇ ਮੰਦਰ ਦੇ ਮਨ ਦੇ ਅੰਦਰ ਖਿਆਲ ਕਰ ਲੈਣ ਕਿ ਸਿੱਧਾ ਗੁਰੂ ਕਲਗੀਧਰ ਸਾਹਿਬ ਜੀ ਨੂੰ ਚੈਲੰਜ ਕਰਦੇ ਨੇ। ਤੇ ਜਿਹੜਾ ਗੁਰੂ ਸਾਹਿਬ ਜੀ ਨੂੰ ਚੈਲੰਜ ਕਰਦਾ ਹੈ, ਉਹਦੀਆਂ ਕੁਲਾਂ ਦਾ ਨਾਸ਼ ਹੋ ਜਾਂਦਾ ਜੀ। ਇਹ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਲਕਬ ਹੈ। ਤੇ ਜਿਹੜੀ ਮਨੂ ਸਿਮਰਤੀ ਹੈ 6743 ਜਾਤਾਂ ਦਾ ਜ਼ਿਕਰ ਕਰਦੀ, ਉਹਦੇ ਵਿੱਚ ਮਜਬੀ ਲਫ਼ਜ਼ ਨਹੀਂ ਮਿਲੇਗਾ, ਰੰਗਰੇਟਾ ਲਫ਼ਜ਼ ਨਹੀਂ ਮਿਲੇਗਾ। ਇਹ 2 ਲਕਬ ਤੁਹਾਨੂੰ ਦਿੱਤੇ ਨੇ, ਇਹਨਾਂ ਨੂੰ ਸੰਭਾਲ ਲਓ, ਇਹਨਾਂ ਨੂੰ ਸੰਭਾਲ ਲਓ, ਆਪਣੇ ਹਿਰਦੇ 'ਚ ਵਸਾ ਲਓ। ਇੰਨੀ ਬੜੀ ਹੈ। ਤੁਸੀਂ ਧੰਨਤਾ ਦੇ ਯੋਗ ਹੋ, ਪੂਜਣ ਯੋਗ ਹੋ, ਸਤਿਕਾਰ ਤੋਂ ਤੁਸੀਂ
ਸਿੱਖ ਸੰਗਤਾਂ ਜਿੰਨੀਆਂ ਕੁ ਵੀ ਬੈਠੀਆਂ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਬੈਠੇ ਹੋ। ਅਨੇਕ ਭੁੱਲਾਂ ਹੋਈਆਂ ਨੇ, ਕਿਉਂਕਿ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਪੂਰਿਆਂ ਦੇ ਗੁਣ ਅਧੂਰੇ ਜਿਹੜੇ ਨੇ ਪੂਰੇ ਨਹੀਂ ਕਰ ਸਕਦੇ। ਇੱਥੋਂ ਦੀ ਮੈਨੇਜਮੈਂਟ ਦਾ, ਸਤਿਕਾਰਯੋਗ ਭਾਈ ਸਾਹਿਬ ਦਾ, ਇੱਥੋਂ ਦੇ ਪਾਠੀ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਦੀ ਕਿਰਪਾ ਕਰ ਸਮੁੱਚੀ ਸੰਗਤ ਦਾ ਧੰਨਵਾਦ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਮਾਇਆ ਭੇਟਾ ਕੀਤੀ ਉਹਨਾਂ ਦਾ ਧੰਨਵਾਦ ਹੈ। ਗੁਰੂ ਸਾਹਿਬ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਕੁਝ ਕਹਿਣ ਦਾ ਇਹ ਸਾਨੂੰ ਸਮਾਰਥ ਸਮਰੱਥਾ ਬਖਸ਼ੀਏ। ਭੁੱਲਾਂ ਚੁੰਗਾ ਦੀ ਮਾਫੀ। ਆਓ ਪਿਆਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। करो तैयारी फिर हाल च हाल च आप 4 शादारी आओ सारे चैनल बताओ वाले भी यार कोई बताओ इधर लैन जाओ थोड़ा ये लैन रह गई
ਤੇ ਤੁਸੀਂ ਦੇਖ ਰਹੇ ਹੋ ਸੱਚ ਬੋਲੋ ਟੀਵੀ ਨਿਊਜ਼। ਮੈਂ ਆਰ ਕੇ ਰੋਹਿਤ, ਧੰਨਵਾਦ।